greet you in the name of the Lord Jesus Christ. ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। I would like to thank the pastor Sukwinda for allowing me to stand before you and for inviting us here. ਮੈਂ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਪਾਸਟਰ ਸੁਖਵਿੰਦਰ ਦੇ ਲਈ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ, ਆਗਿਆ ਦਿੱਤੀ ਕਿ ਮੈਂ ਉਹਨਾਂ ਦੇ ਚਰਚ ਵਿੱਚ ਆ ਸਕਾਂ ਔਰ ਤੁਹਾਡੇ ਨਾਲ ਗੱਲ ਕਰ ਸਕਾਂ। This is my first time here. ਇਹ ਪਹਿਲੀ ਵਾਰ ਮੈਂ ਤੁਹਾਡੇ ਕੋਲ ਆਇਆ ਹਾਂ। I would like to make an appointment with you when we get across on the other side to go and sit down for a few million years with each one of you and fellowship. ਅਤੇ ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਹਾਂ ਕਿ ਅਸੀਂ ਸਾਰੇ ਪਰਦੇ ਦੇ ਪਿੱਛੇ ਇੱਕ ਦਿਨ ਇਕੱਠੇ ਹੋਵਾਂਗੇ ਤੇ ਅਸੀਂ ਉੱਥੇ ਲੱਖਾਂ ਸਾਲ ਬੈਠ ਕੇ ਪ੍ਰਭੂ ਦੀਆਂ ਗੱਲਾਂ ਕਰਦੇ ਰਵਾਂਗੇ। I come because I believe the message of God preached by Brother William Marion Branham. ਮੈਂ ਇੱਥੇ ਤੁਹਾਡੇ ਕੋਲ ਇਸ ਲਈ ਆਇਆ ਹਾਂ ਕਿਉਂਕਿ ਮੈਂ ਖੁਦਾ ਦੇ ਵਚਨ ਦਾ ਸੰਦੇਸ਼ ਦਾ ਵਿਸ਼ਵਾਸ ਕਰਦਾ ਹਾਂ ਜੋ ਬ੍ਰਦਰ ਵਿਲੀਅਮ ਮੈਰੀਅਨ ਬ੍ਰਾਨਮ ਦੇ ਦੁਆਰਾ ਪ੍ਰਚਾਰ ਕੀਤਾ ਗਿਆ। And I was also informed that my precious brother believes the same message. ਤੇ ਮੈਨੂੰ ਇਹ ਦੱਸਿਆ ਗਿਆ ਕਿ ਸਾਡਾ ਭਾਈ ਸੁਖਵਿੰਦਰ ਵੀ ਇਸੇ ਹੀ ਸੰਦੇਸ਼ ਦਾ ਵਿਸ਼ਵਾਸ ਕਰਦਾ ਹੈ। Yesterday where I was preaching, I read a quotation from the book Revelation, Book of Symbols. ਕੱਲ ਜਿਸ ਜਗ੍ਹਾ ਤੇ ਮੈਂ ਪ੍ਰਚਾਰ ਕਰ ਰਿਹਾ ਸੀ ਉੱਥੇ ਮੈਂ ਹਵਾਲੇ ਪੜ੍ਹ ਰਿਹਾ ਸੀ ਪ੍ਰਕਾਸ਼ ਦੀ ਪੋਥੀ ਚਿੰਨ੍ਹਾਂ ਦੀ ਕਿਤਾਬ ਵਿੱਚੋਂ। It said, angelic beings associate together. ਔਰ ਉੱਥੇ ਅਸੀਂ ਪੜ੍ਹ ਰਹੇ ਸੀਗੇ ਕਿ ਆਤਮਿਕ ਜੀਵ ਜੋ ਹਨ ਜਿਵੇਂ ਕਿ ਦੂਤ ਆ, ਆਤਮਿਕ ਜੀਵ ਇਹ ਇੱਕ ਜਗ੍ਹਾ ਇਕੱਠੇ ਹੁੰਦੇ ਆ। So I know we can associate naturally, but we should also be able to associate in the Holy Ghost. ਜਿਵੇਂ ਅਸੀਂ ਸੁਭਾਵਿਕ ਤੌਰ ਤੇ ਇਕੱਠੇ ਹੋ ਸਕਦੇ ਆ ਉਸੇ ਹੀ ਤਰ੍ਹਾਂ ਅਸੀਂ ਪਵਿੱਤਰ ਆਤਮਾ ਦੀ ਮੌਜੂਦਗੀ ਵਿੱਚ ਵੀ ਇਕੱਠੇ ਹੋ ਸਕਦੇ ਆ। I would like to read a scripture and then ask you to take your seats from Genesis 20. ਔਰ ਮੈਂ ਚਾਹਾਂਗਾ ਕਿ ਅਸੀਂ ਉਤਪਤ 20 ਦੇ ਵਿੱਚੋਂ ਹਵਾਲਿਆਂ ਨੂੰ ਪੜ੍ਹੀਏ, ਉਸ ਤੋਂ ਬਾਅਦ ਮੈਂ ਤੁਹਾਨੂੰ ਬੈਠਣ ਦੀ ਅਨੁਮਤੀ ਦੇਵਾਂਗਾ। ਉਤਪਤੀ 20 ਅਧਿਆਏ Genesis 20. Verse 11. ਔਰ ਅਸੀਂ ਉਹਦੀ 11ਵੀਂ ਆਇਤ ਤੋਂ ਪੜਾਂਗੇ। This was after Abimelech had tried to take Sarah for a wife. ਇਹ ਉਸ ਘਟਨਾ ਤੋਂ ਬਾਅਦ ਹੈ ਜਦੋਂ ਅਬੀਮਲਕ ਨੇ ਅਬਰਾਹਮ ਦੀ ਪਤਨੀ ਸਾਰਾ ਨੂੰ ਆਪਣੀ ਪਤਨੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਤੋਂ ਬਾਅਦ ਦੀ ਇਹ ਘਟਨਾ ਹੈ ਜੋ ਅਸੀਂ ਪੜਨ ਲੱਗੇ ਹਾਂ। So Abimelech was asking Abraham, why did you lie to me that she is your sister? ਅਬੀਮਲਕ ਨੇ ਅਬਰਾਹਮ ਨੂੰ ਆਖਿਆ ਕਿ ਤੂੰ ਮੇਰੇ ਨਾਲ ਝੂਠ ਕਿਉਂ ਬੋਲਿਆ ਕਿ ਉਹ ਤੇਰੀ ਪਤਨੀ ਨਹੀਂ ਸਗੋਂ ਤੇਰੀ ਭੈਣ ਆ। And Abraham said, verse 11, ਹੁਣ 11ਵੀਂ ਆਇਤ, because I thought, surely the fear of God is not in this place. They will slay me for my wife's sake. ਤਾਂ ਅਬਰਾਹਮ ਨੇ ਆਖਿਆ ਇਸ ਲਈ ਕਿ ਮੈਂ ਆਖਿਆ ਭਈ ਖੁਦਾ ਦਾ ਡਰ ਇਸ ਥਾਂ ਜ਼ਰੂਰ ਨਹੀਂ ਹੈ ਔਰ ਉਹ ਮੇਰੀ ਪਤਨੀ ਦੀ ਖਾਤਰ ਮੈਨੂੰ ਮਾਰ ਸੁੱਟਣਗੇ। May the Lord bless the reading of His word. I will ask you to bow
prayer. ਪ੍ਰਭੂ ਯਿਸੂ ਮਸੀਹ ਆਪਣੇ ਵਚਨ ਦੇ ਪੜ੍ਹੇ ਜਾਣ ਤੇ ਆਪਣੀ ਬਰਕਤ ਪਾਵੇ। ਆਓ ਅਸੀਂ ਸਿਰਾਂ ਨੂੰ ਝੁਕਾਈਏ ਪ੍ਰਾਰਥਨਾ ਦੇ ਲਈ। Lord Jesus, we read in the book of the Hebrews that all our predecessors succeeded because of faith. ਪ੍ਰਭੂ ਯਿਸੂ ਮਸੀਹ ਅਸੀਂ ਇਬਰਾਨੀਆਂ ਦੀ ਕਿਤਾਬ ਵਿੱਚੋਂ ਪੜ੍ਹਿਆ ਆ ਕਿ ਜਿੰਨੇ ਵੀ ਸਫਲ ਵਿਸ਼ਵਾਸੀ ਹੋਏ ਆ ਉਹ ਸਾਰੇ ਇਸ ਲਈ ਸਫਲ ਹੋਏ ਕਿਉਂਕਿ ਉਹਨਾਂ ਨੇ ਵਿਸ਼ਵਾਸ ਕੀਤਾ ਸੀ। Even our father Abraham is written in Hebrews 11 as having been a person who demonstrated faith together with his wife Sarah. ਔਰ ਪ੍ਰਭੂ ਅਸੀਂ ਇਸ ਲਿਖਤ ਵਿੱਚੋਂ ਪੜ੍ਹਿਆ ਹੈ ਕਿ ਅਬਰਾਹਮ ਸਾਡਾ ਪਿਤਾ ਵੀ ਸਫਲ ਹੋਇਆ ਵਿਸ਼ਵਾਸ ਦੇ ਕਾਰਨ। But here we are reading where this great man of faith is testifying to Abimelech that he was afraid. ਔਰ ਪ੍ਰਭੂ ਇੱਥੇ ਜੋ ਕਿ ਵਿਸ਼ਵਾਸ ਦਾ ਮਨੁੱਖ ਆ ਉਹ ਦੱਸ ਰਿਹਾ ਆ ਇਸ ਲਿਖਤ ਦੇ ਦੌਰਾਨ ਕਿ ਉਹ ਵੀ ਅਬੀਮਲਕ ਦੇ ਸਾਹਮਣੇ ਡਰ ਗਿਆ ਸੀ। Help us tonight as we talk about these things, that your sons and daughters will be people of faith and not of fear. ਪ੍ਰਭੂ ਅੱਜ ਸਾਡੀ ਮਦਦ ਕਰਕੇ ਅਸੀਂ ਜਦ ਕਿ ਤੇਰੇ ਪੁੱਤਰ ਅਤੇ ਧੀਆਂ ਦੇ ਰੂਪ ਵਿੱਚ ਖੜੇ ਆ, ਮਦਦ ਕਰਕੇ ਅਸੀਂ ਡਰ ਦੇ ਲੋਕ ਨਾ ਹੋਈਏ ਸਗੋਂ ਵਿਸ਼ਵਾਸ ਦੇ ਲੋਕ ਹੋਈਏ। That there may be people who are identified by the Abraham of Hebrews 11, not the Abraham we have read with Abimelech here. ਤੇ ਪ੍ਰਭੂ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਿੱਚੋਂ ਹਰੇਕ ਵਿਸ਼ਵਾਸੀ ਜੋ ਹੈ ਉਸ ਹਿੱਸੇ ਨਾਲ ਪਹਿਚਾਣਿਆ ਜਾਵੇ ਜੋ ਇਬਰਾਨੀਆਂ 11 ਅਧਿਆਏ ਦੇ ਅਬਰਾਹਮ ਦਾ ਹੈ, ਨਾ ਕਿ ਇਸ ਅਬਰਾਹਮ ਵਾਲੇ ਹਿੱਸੇ 'ਚ ਪਹਿਚਾਣਿਆ ਜਾਵੇ ਜੋ ਇੱਥੇ 20 ਅਧਿਆਏ ਦੇ ਵਿੱਚ ਅਸੀਂ ਪੜ੍ਹਿਆ ਆ ਕਿ ਉਹ ਡਰ ਗਿਆ ਸੀ। We ask for your blessing upon the preaching of the word and the interpretation of the word. ਅਸੀਂ ਇਸ ਵਚਨ ਦੇ ਪੜ੍ਹੇ ਜਾਣ ਉੱਤੇ ਤੇਰੀ ਆਸ਼ੀਸ਼ ਮੰਗਦੇ ਹਾਂ ਅਤੇ ਇਸ ਦਾ ਅਨੁਵਾਦ ਤੇਰੇ ਤੋਂ ਮੰਗਦੇ ਹਾਂ। And bless every person in divine presence in the name of the Lord Jesus Christ. Amen. ਔਰ ਹਰ ਇੱਕ ਜਨ ਜੋ ਤੇਰੀ ਅਲੌਕਿਕ ਮੌਜੂਦਗੀ ਵਿੱਚ ਆਇਆ ਉਸ ਨੂੰ ਬਰਕਤ ਦੇ, ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। May be seated. ਤੁਸੀਂ ਬੈਠ ਸਕਦੇ ਹੋ। I have one service with you of which I am grateful. ਮੈਂ ਤੁਹਾਡੇ ਨਾਲ ਇੱਕ ਹੀ ਮੀਟਿੰਗ ਕਰਨ ਆਇਆ ਔਰ ਇਸ ਮੀਟਿੰਗ ਦੇ ਲਈ ਮੈਂ ਬਹੁਤ ਹੀ ਧੰਨਵਾਦੀ ਹਾਂ। No doubt I have a lot of things to say. ਕੋਈ ਸ਼ੱਕ ਨਹੀਂ ਕਿ ਬੋਲਣ ਦੇ ਲਈ ਮੇਰੇ ਕੋਲ ਬਹੁਤ ਕੁਝ ਹੈ। I'm wondering whether this can touch my lips when I'm talking. Excuse me. Yes. It's bumping. If you put it far, then you may not be happy. Yeah, now it's Is it now okay? Yeah. God bless you. Thank you. yes, it's okay now. I preached a few messages on Abraham already, but they are different from what I'm going to say tonight. ਅਬਰਾਹਮ ਦੇ ਉੱਤੇ ਮੈਂ ਬਹੁਤ ਸਾਰੇ ਮੈਸੇਜ ਪ੍ਰਚਾਰ ਕਰ ਚੁੱਕਾ ਹਾਂ ਜਦ ਮੈਂ ਪੰਜਾਬ 'ਚ ਆਇਆ, ਪਰ ਅੱਜ ਜੋ ਮੈਂ ਪ੍ਰਚਾਰ ਕਰਨ ਲੱਗਾ ਉਹ ਪਹਿਲਿਆਂ ਨਾਲੋਂ ਫਰਕ ਹੋਵੇਗਾ। I will not repeat what I was saying in the previous messages. ਮੈਂ ਉਹਨਾਂ ਚੀਜ਼ਾਂ ਨੂੰ ਦੁਹਰਾਵਾਂਗਾ ਨਹੀਂ ਜੋ ਮੈਂ ਪਿਛਲੀਆਂ ਮੀਟਿੰਗਾਂ 'ਚ ਬੋਲ ਕੇ ਆਇਆ। Where we read about Abraham, Abimelech was protesting Abraham. ਔਰ ਜੋ ਅਸੀਂ ਇੱਥੇ ਪੜ੍ਹਿਆ ਆ ਹੁਣ ਅਬਰਾਹਮ ਦੇ ਬਾਰੇ 'ਚ ਅਸੀਂ ਵੇਖਿਆ ਕਿ ਅਬੀਮਲਕ ਅਬਰਾਹਮ ਦਾ ਸਾਹਮਣਾ ਕਰ ਰਿਹਾ ਸੀ। And here is Abraham, the warrior of faith, our father. ਔਰ ਇੱਕ ਪਾਸੇ ਹੈ ਅਬਰਾਹਮ ਸਾਡੇ ਵਿਸ਼ਵਾਸ ਦਾ ਪਿਤਾ
ਇੱਕ ਯੋਧਾ ਦੇ ਰੂਪ ਵਿੱਚ, ਵਿਸ਼ਵਾਸ ਦਾ ਯੋਧਾ, and Abimelech a heathen. ਔਰ ਅਬੀਮਲਕ ਇੱਕ ਮੂਰਤੀ ਪੂਜਕ ਹੈ। And Abraham is telling a lie ਤੇ ਅਬਰਾਹਾਮ ਇੱਥੇ ਝੂਠ ਬੋਲ ਰਿਹਾ ਹੈ to a heathen king. ਔਰ ਇੱਕ ਮੂਰਤੀ ਪੂਜਕ ਰਾਜੇ ਨੂੰ। And yet we are supposed to stand with our father Abraham, and he is now confusing us. ਔਰ ਅਸੀਂ ਤਾਂ ਸਿਖਾਏ ਗਏ ਆ ਕਿ ਸਾਨੂੰ ਆਪਣੇ ਪਿਤਾ ਅਬਰਾਹਾਮ ਦੇ ਨਾਲ ਖੜੇ ਹੋਣਾ ਚਾਹੀਦਾ, ਪਰ ਇੱਥੇ ਅਬਰਾਹਾਮ ਨੇ ਸਾਨੂੰ ਥੋੜਾ ਉਲਝਣ ਚ ਪਾ ਦਿੱਤਾ ਹੈ। And that's one thing as a pastor I always say, Lord help me not to confuse the church. ਔਰ ਇੱਕ ਪਾਸਟਰ ਹੋਣ ਦੇ ਨਾਤੇ ਮੈਂ ਹਮੇਸ਼ਾ ਖੁਦਾ ਤੋਂ ਮਦਦ ਮੰਗੀ ਆ ਕਿ ਪ੍ਰਭੂ ਮੇਰੇ ਤੇ ਰਹਿਮ ਕਰ ਕਿ ਮੈਂ ਕਲੀਸਿਆ ਨੂੰ ਉਲਝਾਵੇ ਵਿੱਚ ਨਾ ਪਾਵਾਂ। Because sure enough, if you were with Abraham, you would have been able to see my Abraham has told a lie. ਔਰ ਇਸ ਗੱਲ ਦਾ ਪੱਕਾ ਯਕੀਨ ਹੈ ਕਿ ਜੇਕਰ ਤੁਸੀਂ ਅਬਰਾਹਾਮ ਦੇ ਨਾਲ ਹੁੰਦੇ ਔਰ ਜਾਂ ਮੈਂ ਅਬਰਾਹਾਮ ਦੇ ਨਾਲ ਹੁੰਦਾ ਤਾਂ ਸਾਨੂੰ ਪਤਾ ਲੱਗਦਾ ਆ ਕਿ ਇੱਥੇ ਅਬਰਾਹਾਮ ਨੇ ਝੂਠ ਬੋਲਿਆ। And as a child, you don't know how to respond because you love your father. ਔਰ ਬੱਚੇ ਹੋਣ ਦੇ ਨਾਤੇ ਤੁਸੀਂ ਜਾਣਦੇ ਹੋ ਕਿ ਆਪਣੇ ਪਿਤਾ ਨੂੰ ਰਿਸਪੌਂਸ ਕਿਵੇਂ ਦੇਣਾ ਆ, ਕਿਉਂਕਿ ਤੁਸੀਂ ਸਭ ਆਪਣੇ ਬਾਪ ਨੂੰ ਪਿਆਰ ਕਰਦੇ ਹੋ। As a wife, you may not know how to respond to your husband. ਪਤਨੀ ਹੋਣ ਦੇ ਨਾਤੇ ਹੋ ਸਕਦਾ ਤੁਹਾਨੂੰ ਪਤਾ ਨਾ ਲੱਗੇ ਕਿ ਆਪਣੇ ਪਤੀ ਨੂੰ ਕਿਵੇਂ ਰਿਸਪੌਂਸ ਕਰਨਾ ਹੈ, ਕਿਵੇਂ ਉਹਨੂੰ ਉੱਤਰ ਦੇਣਾ ਹੈ। And what had happened is Abraham was afraid. ਔਰ ਹੋਇਆ ਕੀ ਹੈ ਕਿ ਇੱਥੇ ਅਬਰਾਹਾਮ ਡਰ ਗਿਆ ਸੀ। And his fear affected the whole family. ਤੇ ਉਹਦੇ ਡਰ ਨੇ ਪੂਰੇ ਪਰਿਵਾਰ ਨੂੰ ਪ੍ਰਭਾਵਿਤ ਕੀਤਾ। And the whole family was in danger. ਔਰ The whole family was in danger, was in ਔਰ trouble. ਉਹਦਾ ਸਾਰਾ ਪਰਿਵਾਰ ਹੁਣ ਖਤਰੇ ਵਿੱਚ ਚਲਾ ਗਿਆ। So Abraham told a lie. Sarah is affected. ਜਦੋਂ ਅਬਰਾਹਾਮ ਨੇ ਝੂਠ ਬੋਲਿਆ ਤੇ ਉਹਦੇ ਝੂਠ ਦਾ ਪ੍ਰਭਾਵ ਸਾਰਾ ਤੇ ਵੀ ਪਿਆ। Abraham told a lie and the household is affected. ਜਦੋਂ ਅਬਰਾਹਾਮ ਨੇ ਝੂਠ ਬੋਲਿਆ ਤੇ ਸਾਰੇ ਘਰਾਣੇ ਤੇ ਇਹਦਾ ਪ੍ਰਭਾਵ ਪਿਆ। And I say, Lord help me not to do things that affect my church. ਮੈਂ ਹਮੇਸ਼ਾ ਪ੍ਰਾਰਥਨਾ ਕੀਤੀ ਆ ਕਿ ਪ੍ਰਭੂ ਮੇਰੀ ਮਦਦ ਕਰਕੇ ਮੈਂ ਐਸਾ ਕੁਝ ਨਾ ਕਰਾਂ ਜਿਹਦੇ ਨਾਲ ਮੇਰੀ ਕਲੀਸਿਆ ਦੇ ਉੱਤੇ ਗਲਤ ਪ੍ਰਭਾਵ ਪਵੇ। And God has to do something about it. ਔਰ ਖੁਦਾ ਨੂੰ ਫਿਰ ਕੁਝ ਨਾ ਕੁਝ ਕਰਨਾ ਪੈਣਾ ਹੈ। He sees clearly that Abraham has told a lie. ਔਰ ਉਹ ਬੜਾ ਸਪਸ਼ਟ ਰੂਪ ਵਿੱਚ ਵੇਖ ਸਕਦਾ, ਖੁਦਾ ਨੂੰ ਪਤਾ ਆ, Yet- ਪਰ ਫਿਰ ਵੀ ਅਬਰਾਹਾਮ ਨੇ ਝੂਠ ਬੋਲਿਆ। Yet he loves Abraham. ਪਰ ਫਿਰ ਵੀ ਖੁਦਾ ਅਬਰਾਹਾਮ ਨੂੰ ਪਿਆਰ ਕਰਦਾ ਹੈ। And God sometimes may see you are not really doing things the way the Bible says. God sees sometimes this is breaking up. Yes. Maybe that's why you can't hear from time to time. Pronunciation is not able to. Also, God may see that you have done something that He can't bless. Okay. ਕਈ ਵਾਰ ਖੁਦਾ ਤੁਹਾਡੇ ਅੰਦਰ ਐਸੀਆਂ ਚੀਜ਼ਾਂ ਨੂੰ ਵੇਖਦਾ ਆ, ਤੁਸੀਂ ਕਰਦੇ ਹੋ ਜੋ ਕਿ ਇੱਥੇ ਰੱਖੀਆਂ ਨਹੀਂ ਗਈਆਂ। And yet He loves you. ਫਿਰ ਵੀ ਉਹ ਤੁਹਾਨੂੰ ਪਿਆਰ ਕਰਦਾ ਹੈ। And His love to you is unconditional. ਤੇ ਉਹਦਾ ਪਿਆਰ ਤੁਹਾਡੇ ਨਾਲ ਬਿਨਾਂ ਸ਼ਰਤ ਦੇ ਆ। And yet you have told a lie. ਫਿਰ ਵੀ ਅਬਰਾਹਾਮ ਨੇ ਝੂਠ ਬੋਲਿਆ। And He has to stand with you in those difficult circumstances if He was a human being. If God was a human being, He would have to be on your side even though it's not easy. ਭਾਵੇਂ ਕਿ ਅਬਰਾਹਾਮ ਨੇ ਝੂਠ ਬੋਲਿਆ, ਪਰ ਜੇਕਰ ਖੁਦਾ ਇਨਸਾਨ ਹੁੰਦਾ ਤਾਂ ਉਹਨੂੰ ਫੇਰ ਵੀ ਅਬਰਾਹਾਮ ਦੀਆਂ ਇਹਨਾਂ ਘਟਨਾਵਾਂ ਵਿੱਚ, ਇਹਨਾਂ ਹਾਲਾਤਾਂ ਵਿੱਚ ਖੜੇ ਹੋਣਾ ਪੈਣਾ ਸੀ, ਕਿਉਂਕਿ ਉਹ ਅਬਰਾਹਾਮ ਨੂੰ ਪਿਆਰ ਕਰਦਾ ਹੈ। So while we are reading this Abraham tonight, we also want
to get you to think of yourself as Abraham tonight. ਔਰ ਅੱਜ ਰਾਤ ਅਸੀਂ ਇਸ ਅਬਰਾਹਮ ਬਾਰੇ ਕਿਉਂ ਪੜ੍ਹ ਰਹੇ ਹਾਂ? ਇਸ ਲਈ ਤਾਂ ਕਿ ਤੁਸੀਂ ਅੱਜ ਅਬਰਾਹਮ ਦੀ ਤਰ੍ਹਾਂ ਪਹਿਚਾਣੇ ਜਾਓ। How can I, as a pastor, make it easy for my wife? That's the question. I have to decide and see how I can, as a pastor, make it easy for my wife. ਔਰ ਇੱਕ ਪਾਸਟਰ ਹੋਣ ਦੇ ਨਾਤੇ ਮੈਂ ਜ਼ਰੂਰ ਇਸ ਗੱਲ ਦਾ ਫੈਸਲਾ ਕਰਾਂਗਾ ਕਿ ਮੈਂ ਪਾਸਟਰ ਹੋਣ ਦੇ ਨਾਲ ਨਾਲ ਆਪਣੀ ਪਤਨੀ ਦੇ ਲਈ ਕਿਵੇਂ ਮਾਹੌਲ ਨੂੰ ਬੜਾ ਆਰਾਮਦਾਇਕ ਬਣਾ ਕੇ ਰੱਖਾਂ, ਬੜਾ ਕੰਫਰਟੇਬਲ ਬਣਾ ਕੇ ਰੱਖਾਂ। Yes. How can I, as a father, make it easy for my children? ਤੇ ਪਿਤਾ ਹੋਣ ਦੇ ਨਾਤੇ ਵੀ ਮੈਂ ਫੈਸਲਾ ਕਰਾਂਗਾ ਕਿ ਮੈਂ ਆਪਣੇ ਬੱਚਿਆਂ ਦੇ ਲਈ ਕਿਵੇਂ ਸਿਚੁਏਸ਼ਨ ਜਾਂ ਹਾਲਾਤ ਨੂੰ ਆਰਾਮਦਾਇਕ ਬਣਾ ਕੇ ਰੱਖਾਂ। How can I, as a pastor, make it easy for my congregation? ਇੱਕ ਪਾਸਟਰ ਹੋਣ ਦੇ ਨਾਤੇ ਮੈਂ ਇਹ ਵੀ ਸੋਚਾਂਗਾ ਕਿ ਆਪਣੀ ਕਲੀਸਿਆ ਦੇ ਲਈ ਮਾਹੌਲ ਨੂੰ ਕਿਵੇਂ ਵਧੀਆ ਸੌਖਾ ਬਣਾ ਕੇ ਰੱਖਾਂ। And if we can talk of God as a man, how can we as believers make it easy for God to identify with us? ਔਰ ਅਸੀਂ ਜੋ ਵਿਸ਼ਵਾਸੀ ਹਾਂ, ਇਨਸਾਨ ਹੋਣ ਦੇ ਨਾਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਕਿਵੇਂ ਇਸ ਗੱਲ ਨੂੰ ਸੌਖਾ ਬਣਾਈਏ ਕਿ ਅਸੀਂ ਖੁਦਾ ਦੇ ਨਾਲ ਪਹਿਚਾਣੇ ਜਾਈਏ। Without God appearing to be unfair with Abimelech. The question is continuing. How can we as believers make it easy for God to stand with us without the people we have offended thinking you are being unfair? It's too long now. It's now too long. Yes. So let me make it shorter. How can we as believers ਇੱਕ ਵਿਸ਼ਵਾਸੀ ਹੋਣ ਦੇ ਨਾਤੇ who are related to God, ਜੋ ਖੁਦਾ ਦੇ ਨਾਲ ਸੰਬੰਧਿਤ ਹਨ, how can we make it easy when we do some funny things for God to identify with us without appearing to be unfair? Is that easy or difficult? I understand, but something is Okay. missing because Something is missing in Punjabi, so we'll try and break it. Yeah, But that's you the break thought. it. You break it because the point you are speaking, I want to. So I'll make it a parable. Yes. I'll come back to Abimelech because if you're in the Bible, you can't go wrong. ਕਿਉਂਕਿ ਜਦੋਂ ਤੁਸੀਂ ਬਾਈਬਲ ਦਾ ਪ੍ਰਚਾਰ ਕਰਦੇ ਹੋ ਤੇ ਤੁਹਾਨੂੰ ਗਲਤੀ ਨਹੀਂ ਕਰਨੀ ਹੁੰਦੀ, ਇਸ ਲਈ ਮੈਂ ਵਾਪਸ ਅਬੀਮਲਕ ਤੇ ਆਉਂਦਾ ਹਾਂ। My question is, if God was a human being ਮੇਰਾ ਪ੍ਰਸ਼ਨ ਇਹ ਹੈ ਕਿ ਜੇਕਰ ਖੁਦਾ ਇਨਸਾਨ ਹੁੰਦਾ and he likes Abraham very much, ਤੇ ਉਹ ਅਬਰਾਹਮ ਨੂੰ ਬੜਾ ਪਸੰਦ ਕਰਦਾ ਹੈ, and then Abraham tells a lie, ਔਰ ਅਬਰਾਹਮ ਇੱਥੇ ਝੂਠ ਬੋਲਦਾ ਹੈ, it would not be easy for God to take sides with Abraham. ਤੇ ਖੁਦਾ ਦੇ ਲਈ ਇਹ ਸੌਖਾ ਨਹੀਂ ਸੀ ਕਿ ਉਹ ਅਬਰਾਹਮ ਦੇ ਪੱਖ ਵਿੱਚ ਖੜਾ ਹੋਵੇ। So what would make the relationship easy would be that Abraham not tell a lie. ਤੇ ਕਿਹੜੀ ਚੀਜ਼ ਹੈ ਜੋ ਰਿਸ਼ਤੇ ਨੂੰ ਬੜਾ ਸੌਖਾ ਤੇ ਗੂੜਾ ਬਣਾਉਂਦੀ ਹੈ ਕਿ ਅਬਰਾਹਮ ਦੁਬਾਰਾ ਝੂਠ ਨਾ ਬੋਲੇ? Is that now clear? Yes, yes. If Abraham tells a lie, he's making it difficult for the man who wants to stand with him. ਜੇਕਰ ਅਬਰਾਹਮ ਝੂਠ ਬੋਲਦਾ ਹੈ ਤਾਂ ਇਹ ਅਬਰਾਹਮ ਉਸ ਬੰਦੇ ਲਈ ਔਖਾ ਕਰ ਰਿਹਾ, ਔਖਾ ਸਮਾਂ ਬਣਾ ਰਿਹਾ ਆ ਜਿਹੜਾ ਬੰਦਾ ਉਹਦੇ ਲਈ ਖੜਾ ਹੋਣਾ ਚਾਹੁੰਦਾ ਆ। But God still came and stood with Abraham. ਫਿਰ ਵੀ ਖੁਦਾ ਆਇਆ ਤੇ ਅਬਰਾਹਮ ਦੇ ਪੱਖ ਵਿੱਚ ਖੜਾ ਹੋਇਆ। But Abimelech is crying foul to say, how can you do that? He's lying. ਔਰ ਮਲਕੀ ਅਬੀਮਲਕ ਬਹੁਤ ਦੁਖੀ ਹੈ ਅਤੇ ਉਹ ਅਬਰਾਹਮ ਦੇ ਨਾਲ ਬਹਿਸ ਕਰ ਰਿਹਾ ਕਿ ਤੂੰ ਮੇਰੇ ਨਾਲ ਝੂਠ ਕਿਉਂ ਬੋਲਿਆ। So Abraham, my brother, make it easy for somebody to stand with you. ਇਸ ਲਈ ਮੇਰੇ ਅਬਰਾਹਮ ਭਰਾਓ, ਹਮੇਸ਼ਾ ਹਾਲਾਤ ਨੂੰ ਇਸ ਤਰ੍ਹਾਂ ਦਾ ਬਣਾ ਕੇ ਰੱਖੋ ਕਿ ਕੋਈ ਤੁਹਾਡੇ ਪੱਖ ਵਿੱਚ ਖੜਾ ਹੋ ਸਕੇ। So if I love you, my brother, make it easy for me to love you. ਔਰ ਜੇਕਰ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਭਾਈ ਜੀ, ਤਾਂ ਇਸ ਗੱਲ ਨੂੰ ਇੰਨਾ ਕੁ ਆਰਾਮਦਾਇਕ ਬਣਾ ਕੇ ਰੱਖੋ, ਇੰਨਾ ਸਰਲ ਬਣਾ ਕੇ ਰੱਖੋ ਕਿ ਮੈਂ ਤੁਹਾਡੇ ਪੱਖ ਵਿੱਚ ਖੜਾ ਹੋ ਸਕਾਂ।
If you become controversial, ਜੇਕਰ ਤੁਸੀਂ ਵਿਰੋਧੀ ਬਣ ਜਾਂਦੇ ਹੋ then you're making it difficult for me, but I love you still. ਫਿਰ ਤੁਸੀਂ ਮੇਰੇ ਲਈ ਹਾਲਾਤ ਨੂੰ ਔਖਾ ਬਣਾ ਦਿੰਦੇ ਹੋ ਪਰ ਫਿਰ ਵੀ ਮੈਂ ਤੁਹਾਨੂੰ ਪਿਆਰ ਕਰਦਾ ਹਾਂ Jesus loved you so much, but you made it difficult for him. ਯੀਸ਼ੂ ਤੁਹਾਨੂੰ ਪਿਆਰ ਕਰਦਾ ਹੈ ਪਰ ਅਸਲ ਵਿੱਚ ਤੁਸੀਂ ਉਹਨੂੰ ਔਖਾ ਕਰ ਦਿੰਦੇ ਹੋ ਕਿ ਉਹ ਤੁਹਾਡੇ ਨਾਲ ਖੜਾ ਹੋਵੇ You smoked, you drank, you fought, and yet Jesus continued to love you. ਤੁਸੀਂ ਸਿਗਰਟ ਪੀਂਦੇ ਹੋ ਸ਼ਰਾਬ ਪੀਂਦੇ ਹੋ ਲੜਾਈਆਂ ਕਰਦੇ ਹੋ ਫਿਰ ਵੀ ਯੀਸ਼ੂ ਤੁਹਾਡੇ ਪੱਖ ਵਿੱਚ ਖੜਾ ਹੋਣਾ ਚਾਹੁੰਦਾ ਆ He still went to the cross to die for you despite all your sins. ਔਰ ਯੀਸ਼ੂ ਸਲੀਬ ਉੱਤੇ ਗਿਆ ਤੇ ਤੁਹਾਡੇ ਲਈ ਮਰਿਆ ਬੇਸ਼ੱਕ ਤੁਸੀਂ ਪਾਪੀ ਹੀ ਸੀ So after he has now made you know that he has died for your sins, after he has told you that he has died for your sins, ਤੁਹਾਨੂੰ ਦੱਸਣ ਤੋਂ ਬਾਅਦ ਕਿ ਉਹ ਤੁਹਾਡੇ ਹੀ ਪਾਪਾਂ ਦੇ ਲਈ ਮਰਿਆ then make it easy for him to love you. ਤੇ ਫਿਰ ਉਹਦੇ ਲਈ ਇੰਨਾ ਕੁ ਸਰਲ ਬਣ ਜਾਓ ਇੰਨੇ ਕੁ ਸੌਖੇ ਬਣ ਜਾਓ ਕਿ ਉਹ ਤੁਹਾਨੂੰ ਪਿਆਰ ਕਰੇ By doing things that will make him happy. ਔਰ ਐਦਾਂ ਦੇ ਕੰਮ ਕਰੋ ਕਿ ਉਹਨੂੰ ਖੁਸ਼ੀ ਮਿਲੇ Make Jesus happy. ਯੀਸ਼ੂ ਨੂੰ ਖੁਸ਼ ਕਰੋ If you make him cry, he will still continue to love you. ਬੇਸ਼ੱਕ ਤੁਸੀਂ ਉਹਨੂੰ ਰਵਾ ਵੀ ਦਿਓ ਪਰ ਫਿਰ ਵੀ ਉਹ ਤੁਹਾਨੂੰ ਪਿਆਰ ਕਰੇਗਾ But is that how you want to express the love of Jesus? ਪਰ ਤੁਸੀਂ ਯੀਸ਼ੂ ਦੇ ਪ੍ਰਤੀ ਪਿਆਰ ਦਾ ਪ੍ਰਗਟਾਵਾ ਕਿਵੇਂ ਕਰਨਾ ਚਾਹੁੰਦੇ ਹੋ Did you hear our question? ਕੀ ਤੁਸੀਂ ਮੇਰਾ ਪ੍ਰਸ਼ਨ ਸੁਣਿਆ If your child is naughty ਜੇਕਰ ਤੁਹਾਡਾ ਬੱਚਾ ਸ਼ਰਾਰਤੀ ਹੈ and does everything wrong, ਤੇ ਹਰ ਚੀਜ਼ ਗਲਤ ਕਰਦਾ ਹੈ the mother still loves that boy. ਫਿਰ ਵੀ ਮਾਂ ਉਸ ਬੱਚੇ ਨੂੰ ਪਿਆਰ ਹੀ ਕਰਦੀ ਹੈ The mother still loves that girl. ਔਰ ਮਾਂ ਉਸ ਬੇਟੀ ਨੂੰ ਵੀ ਪਿਆਰ ਕਰਦੀ ਹੈ But I'm saying, young girl, mother loves you. ਐਕਸਕਿਊਜ਼ ਮੀ Young girl, young boy, your mother loves you. ਜਵਾਨ ਲੜਕੀਓ ਤੇ ਜਵਾਨ ਬੱਚਿਓ ਮਾਂ ਤੁਹਾਨੂੰ ਪਿਆਰ ਕਰਦੀ ਹੈ So make it easy for mama to love you. ਇਸ ਲਈ ਆਪਣੀ ਮਾਂ ਦੇ ਲਈ ਸਰਲ ਬਣਾਓ ਸੌਖਾ ਬਣਾਓ ਕਿ ਉਹ ਤੁਹਾਨੂੰ ਪਿਆਰ ਕਰਦੀ ਰਵੇ Stop doing the wrong things. ਗਲਤ ਕੰਮ ਕਰਨੇ ਛੱਡ ਦਿਓ So as a Christian, ਮਸੀਹ ਹੋਣ ਦੇ ਨਾਤੇ God loves you. ਖੁਦਾ ਤੁਹਾਨੂੰ ਪਿਆਰ ਕਰਦਾ ਹੈ But stop doing the wrong things. ਪਰ ਗਲਤੀਆਂ ਕਰਨਾ ਵੀ ਛੱਡੋ Don't say God loves me so I can drink. ਇਹ ਏਦਾਂ ਨਾ ਕਹੋ ਕਿ ਖੁਦਾ ਮੈਨੂੰ ਪਿਆਰ ਕਰਦਾ ਹੈ ਇਸ ਲਈ ਮੈਂ ਸ਼ਰਾਬ ਪੀ ਸਕਦਾ ਹਾਂ God loves me so I can smoke. ਖੁਦਾ ਮੈਨੂੰ ਪਿਆਰ ਕਰਦਾ ਹੈ ਇਸ ਲਈ ਮੈਂ ਸਿਗਰਟ ਪੀ ਸਕਦਾ ਹਾਂ God loves me so I don't need to do that quotation. ਔਰ ਖੁਦਾ ਮੈਨੂੰ ਪਿਆਰ ਕਰਦਾ ਹੈ ਇਸ ਲਈ ਮੈਨੂੰ ਹਵਾਲੇ ਨਹੀਂ ਚਾਹੀਦੇ Make it easy for God if he was a human being. ਔਰ ਖੁਦਾ ਦੇ ਲਈ ਬਿਲਕੁਲ ਸਰਲ ਬਣਾਓ ਸੌਖਾ ਬਣਾਓ ਜੇਕਰ ਉਹ ਮਨੁੱਖ ਹੁੰਦਾ ਤੇ ਉਹ ਤੁਹਾਨੂੰ ਪਿਆਰ ਕਰਦਾ As ਰਹਿੰਦਾ human beings, when he upsets me, I just push him away. ਮਨੁੱਖ ਹੋਣ ਦੇ ਨਾਤੇ ਜਦੋਂ ਕੋਈ ਭਰਾ ਮੈਨੂੰ ਤੰਗ ਕਰਦਾ ਆ ਉਦਾਸ ਕਰਦਾ ਤੇ ਮੈਂ ਉਹਨੂੰ ਧੱਕਾ ਮਾਰ ਕੇ ਪਰੇ ਕਰ ਦਿੰਦਾ But God doesn't. ਪਰ ਖੁਦਾ ਐਸਾ ਨਹੀਂ And ਕਰਦਾ a mother doesn't. ਇੱਕ ਮਾਂ ਐਸਾ ਨਹੀਂ ਕਰਦੀ I hope I don't do that as a pastor, to push people away. ਪਾਸਟਰ ਹੋਣ ਦੇ ਨਾਤੇ ਮੈਨੂੰ ਉਮੀਦ ਹੈ ਕਿ ਮੈਂ ਕਦੇ ਵੀ ਲੋਕਾਂ ਨੂੰ ਧੱਕਿਆ ਨਹੀਂ ਹੈ But as for God and Abraham, ਪਰ ਖੁਦਾ ਤੇ ਅਬਰਾਹਮ ਦੇ ਵਿਚਕਾਰ when he went to Abimelech, ਜਦੋਂ ਉਹ ਅਬੀਮਲਕ ਦੇ ਕੋਲ ਗਿਆ he said, I was looking after my fears. ਔਰ ਅਬਰਾਹਮ ਨੇ ਕਿਹਾ ਕਿ ਮੈਂ ਡਰ ਗਿਆ ਸੀ The one who was afraid was Abraham. ਜੋ ਡਰ ਗਿਆ ਸੀ ਉਹ ਅਬਰਾਹਮ ਸੀ So he wasn't caring for Abimelech and what happens to him. ਔਰ ਉਹ ਬੜਾ ਡਰਿਆ ਹੋਇਆ ਸੀ ਕਿ ਕੀ ਹੋਵੇਗਾ ਮੇਰੇ ਨਾਲ ਅਬੀਮਲਕ ਦੇ ਵੱਲੋਂ But he was only looking at what about myself, my benefits. ਉਹ ਸਿਰਫ ਇਸ ਲਈ ਡਰਿਆ ਹੋਇਆ ਸੀ ਕਿ ਮੈਨੂੰ ਕਿਹੜੇ ਫਾਇਦੇ ਹੋ ਸਕਦੇ ਆ ਇਸ ਡਰ ਦੇ ਕਾਰਨ Coming back to that question, ਆਓ ਉਸ ਪ੍ਰਸ਼ਨ ਦੇ ਉੱਤੇ ਆਈਏ what should you do to make it easy for God to love you? ਤੁਸੀਂ ਕਿਵੇਂ ਇਸ ਚੀਜ਼ ਨੂੰ ਸੌਖਾ ਬਣਾਉਂਦੇ ਹੋ ਕਿ ਖੁਦਾ ਤੁਹਾਨੂੰ ਪਿਆਰ ਕਰੇ We know his love is way above ours, so my question is not quite correct. ਦੇਖੋ
ਖੁਦਾ ਦਾ ਪਿਆਰ ਸਾਡੇ ਪਿਆਰ ਨਾਲੋਂ ਬਹੁਤ ਹੀ ਉੱਚਾ ਆ, ਇਸ ਲਈ ਮੇਰਾ ਪ੍ਰਸ਼ਨ ਠੀਕ ਨਹੀਂ ਹੈ ਤਾਂ ਇਸ ਦੇ Because he regarding। loved you when you were unlovable. ਕਿਉਂਕਿ ਖੁਦਾ ਨੇ ਤੁਹਾਨੂੰ ਉਦੋਂ ਪਿਆਰ ਕੀਤਾ ਜਦੋਂ ਤੁਸੀਂ ਪਿਆਰ ਪ੍ਰਾਪਤ ਕਰਨ ਦੇ ਯੋਗ ਵੀ He ਨਹੀਂ ਸੀ। loved you when you were a sinner. ਉਹਨੇ ਸਾਨੂੰ ਉਦੋਂ ਪਿਆਰ ਕੀਤਾ ਜਦੋਂ ਅਸੀਂ ਪਾਪੀ ਹੀ ਸਾਂ। But I'm saying, sweeten your relationship. ਪਰ ਮੈਂ ਹੁਣ ਇੱਥੇ ਕਹਿ ਰਿਹਾ ਹਾਂ ਕਿ ਆਪਣੇ ਰਿਸ਼ਤੇ ਨੂੰ ਖੁਦਾ ਦੇ ਨਾਲ ਮధుਰ ਬਣਾਓ। The naughty son is a son. ਜਿਹੜਾ ਸ਼ਰਾਰਤੀ ਬੱਚਾ ਆ ਉਹ ਵੀ ਪੁੱਤਰ ਹੀ ਹੈ। The aggressive or abrasive Christian is a Christian. ਤੇ ਜਿਹੜਾ ਇੱਕ ਗੁੱਸੇਖੋਰ ਗੁਸੈਲਾ ਅਤੇ ਬੜਾ ਦੂਸਰੇ ਨੂੰ ਬੁਰਾ ਭਲਾ ਕਹਿਣ ਵਾਲਾ ਕ੍ਰਿਸਚੀਅਨ ਆ ਹੈਗਾ, ਉਹ ਵੀ ਕ੍ਰਿਸਚੀਅਨ ਹੀ ਹੈ। But that Christian who scratches everybody ਅਤੇ ਉਹ ਕ੍ਰਿਸਚੀਅਨ ਜਿਹੜਾ ਹਰ ਇੱਕ ਦੀ ਛਿੱਲ ਲਾ ਦਿੰਦਾ ਹੈ can learn to be sweet. ਉਹ ਵੀ ਸਿੱਖ ਸਕਦਾ ਆ ਕਿ ਉਹ ਆਪਣੇ ਸੁਭਾਅ ਨੂੰ ਮధుਰ ਬਣਾਵੇ। Can learn to be like honey. ਉਹ ਵੀ ਸ਼ਹਿਦ ਵਰਗਾ ਬਣ ਸਕਦਾ ਹੈ ਸਿੱਖ ਕੇ। And we are learning from Abraham tonight for a ਅੱਜ few ਰਾਤ ਅਸੀਂ minutes. ਅਬਰਾਹਮ ਤੋਂ ਸਿੱਖਾਂਗੇ। I'm reading some quotations. Do we have a screen? No. Okay. Not available. Do you have your tables? ਤੁਹਾਡੇ ਕੋਲ ਆਪਣਾ ਟੇਬਲ ਹੈ? Yeah. Can you open 65:10:31 M? ਤੁਸੀਂ ਇਹ ਸੰਦੇਸ਼ ਖੋਲ ਸਕਦੇ ਹੋ ਜਿਹੜਾ ਕਿ ਸਨ 65:10:31 ਦੇ ਵਿੱਚ ਪ੍ਰਚਾਰ ਕੀਤਾ ਗਿਆ। Paragraph 309. ਔਰ ਪੈਰਾਗ੍ਰਾਫ ਹੈ 309। ਸੰਦੇਸ਼ ਦਾ ਨਾਮ ਹੈ ਬਦਲ ਦੇਣ ਵਾਲੀ ਸਾਮਰਥ। If you are ready, we are reading. You'll catch up with us. ਜੇਕਰ ਤੁਸੀਂ ਤਿਆਰ ਹੋ ਤਾਂ ਸਾਡੇ ਨਾਲ ਚੱਲ ਸਕਦੇ ਹੋ। Truly predestinated believers stay with the word. ਸੱਚਮੁੱਚ ਜਗਤ ਦੀ ਨੀਂਹ ਰੱਖੇ ਜਾਣ ਤੋਂ ਪਹਿਲਾਂ ਤੋਂ ਠਹਿਰਾਇਆ ਹੋਇਆ ਵਿਸ਼ਵਾਸੀ ਹਮੇਸ਼ਾ ਵਚਨ ਦੇ ਨਾਲ ਬਣਿਆ ਰਹਿੰਦਾ ਆ। You are a believer. ਤੁਸੀਂ ਵਿਸ਼ਵਾਸੀ ਹੋ, You are predestinated. ਤੁਸੀਂ ਪਹਿਲਾਂ ਤੋਂ ਠਹਿਰਾਏ ਗਏ ਹੋ You will stay with the word. ਔਰ ਤੁਸੀਂ ਵਚਨ ਦੇ ਨਾਲ ਬਣੇ ਰਹੋਗੇ। But if you don't, ਪਰ ਜੇਕਰ ਤੁਸੀਂ ਵਚਨ ਦੇ ਨਾਲ ਬਣੇ ਨਹੀਂ ਰਹਿੰਦੇ, you are still predestinated. ਭਾਵੇਂ ਕਿ ਤੁਸੀਂ ਵਚਨ ਨਾਲ ਨਹੀਂ ਬਣੇ You are still a ਰਹਿੰਦੇ, believer. ਫਿਰ ਵੀ ਤੁਸੀਂ ਪਹਿਲਾਂ ਤੋਂ ਹੀ ਠਹਿਰਾਏ ਹੋਏ But ਹੋ। your relationship is not sweet anymore. Your relationship is not sweet anymore. ਤੁਸੀਂ ਪਹਿਲਾਂ ਤੋਂ ਹੀ ਠਹਿਰਾਏ ਗਏ ਹੋ ਜੇਕਰ ਤੁਸੀਂ ਵਚਨ ਦੇ ਨਾਲ ਨਹੀਂ ਬਣੇ ਰਹਿੰਦੇ, ਪਰ ਤੁਹਾਡਾ ਮਸੀਹ ਦੇ ਨਾਲ ਰਿਸ਼ਤਾ ਜੋ ਹੈ ਉਹ ਮధుਰ ਨਹੀਂ ਹੈ। Let's look at Abraham. ਆਓ ਅਸੀਂ ਅਬਰਾਹਮ ਨੂੰ ਵੇਖੀਏ। The land he was sent to go to was Canaan. At that time, the name was Canaan. ਜਿਸ ਭੂਮੀ ਤੇ ਉਹਨੂੰ ਬੁਲਾਇਆ ਗਿਆ ਸੀ ਕਿ ਉਹ ਜਾਵੇ ਉਹ ਕਨਾਨ ਸੀ। Canaan became his homeland. ਤੇ ਕਨਾਨ ਉਹਦੀ ਘਰੇਲੂ ਜ਼ਮੀਨ ਬਣ ਗਿਆ। And anywhere else outside Canaan is called the diaspora. ਡਾਇਸਪੋਰਾ। ਓਕੇ। ਕਨਾਨ ਤੋਂ ਬਾਹਰ ਕੋਈ ਵੀ ਜ਼ਮੀਨ ਜੋ ਸੀ ਉਹਨੂੰ ਡਾਇਸਪੋਰਾ ਕਿਹਾ ਗਿਆ। A Jew who has moved and settled outside Canaan is in the diaspora. ਔਰ ਕੋਈ ਵੀ ਯਹੂਦੀ ਜਿਹੜਾ ਕਨਾਨ ਤੋਂ ਬਾਹਰ ਵਸਦਾ ਹੈ ਉਹ ਡਾਇਸਪੋਰਾ ਦੇ ਵਿੱਚ ਜਾਂਦਾ ਹੈ। That's what that word means. So you may want to just write that down. ਔਰ ਇਹ ਹੈ ਕਨਾਨ ਤੋਂ ਬਾਹਰ ਜਾਣ ਦਾ ਜੋ ਸ਼ਬਦ ਆ ਉਹ ਹੈ ਡਾਇਸਪੋਰਾ। ਯੈਸ, DIASPORA। Diaspora. ਡਾਇਸਪੋਰਾ। Abraham Abraham. was supposed to have been in Canaan. Then he moved to Abimelech's place. ਅਬਰਾਹਮ ਨੂੰ ਤੇ ਕਨਾਨ ਵਿੱਚ ਹੋਣਾ ਚਾਹੀਦਾ ਸੀ, ਪਰ ਉਹ ਅਬੀਮਲਕ ਦੇ ਕੋਲ ਚਲਾ ਗਿਆ। He was still predestinated. ਭਾਵੇਂ ਕਿ ਉਹ ਅਬੀਮਲਕ ਦੇ ਕੋਲ ਚਲਾ ਗਿਆ, He was ਫਿਰ ਵੀ still- ਉਹ ਪਹਿਲਾਂ ਤੋਂ ਹੀ ਠਹਿਰਾਇਆ He ਹੋਇਆ was ਸੀ still a believer. ਤੇ ਉਹ ਹਾਲੇ ਵੀ ਵਿਸ਼ਵਾਸੀ He ਹੀ was ਸੀ still a prophet. ਔਰ ਉਹ ਹਾਲੇ ਵੀ ਨਬੀ ਹੀ ਸੀ। But the relationship with God was not as sweet as when he is in Canaan. ਪਰ
ਜਦੋਂ ਅਬੀਮਲਕ ਦੇ ਕੋਲ ਗਿਆ ਉੱਥੇ ਜਾ ਕੇ ਉਹਦਾ ਰਿਸ਼ਤਾ ਖੁਦਾ ਦੇ ਨਾਲ ਠੀਕ ਨਾ ਰਿਹਾ, ਜਿਹੜਾ ਰਿਸ਼ਤਾ ਉਹਦਾ ਕਨਾਨ ਵਿੱਚ ਰਹਿਣ ਦੇ ਨਾਲ ਖੁਦਾ ਦੇ ਨਾਲ ਠੀਕ ਸੀ। You are a Christian. ਤੁਸੀਂ ਮਸੀਹੀ ਹੋ, You are in the message. ਤੁਸੀਂ ਅੰਤ ਸਮੇਂ ਦੇ ਵਿਸ਼ਵਾਸੀ But ਹੋ, there's a scripture which you have moved away from. ਔਰ ਇੱਥੇ ਇੱਕ ਵਚਨ ਹੁੰਦਾ ਆ ਜਿਹਦੇ ਵਿੱਚੋਂ ਤੁਸੀਂ ਬਾਹਰ ਨਿਕਲ ਜਾਂਦੇ ਹੋ। So you are in the diaspora of that scripture. ਜੇਕਰ ਤੁਸੀਂ ਵਚਨ ਤੋਂ ਬਾਹਰ ਚਲੇ ਜਾਂਦੇ ਹੋ ਤਾਂ ਤੁਸੀਂ ਡਾਇਸਪੋਰਾ ਵਿੱਚ ਚਲੇ ਜਾਂਦੇ ਹੋ। Have we understood this word diaspora? ਡਾਇਸਪੋਰਾ ਦਾ ਮਤਲਬ, ਡਾਇਸਪੋਰਾ ਮੀਨਸ ਸੋਜਰਨਰ, ਲਾਈਕ ਪ੍ਰਵਾਸੀ। ਪੰਜਾਬੀ ਦੇ ਵਿੱਚ ਇਹਨੂੰ ਅਸੀਂ ਪ੍ਰਵਾਸੀ ਕਵਾਂਗੇ। ਪ੍ਰਵਾਸੀ ਦਾ ਮਤਲਬ ਹੁੰਦਾ ਜੋ ਆਪਣੇ ਦੇਸ਼ ਵਿੱਚ ਨਾ ਹੋਵੇ ਸਗੋਂ ਪਰਦੇਸੀ ਹੋ ਜਾਵੇ। You are supposed to be in Canaan, but ਤੁਹਾਨੂੰ if you go to Egypt, you are in the diaspora, in another country. That's what it means. ਹਾਂ, ਤੁਹਾਨੂੰ ਤਾਂ ਕਨਾਨ ਵਿੱਚ ਹੋਣਾ ਚਾਹੀਦਾ, ਪਰ ਜਦ ਤੁਸੀਂ ਕਨਾਨ ਛੱਡ ਕੇ ਕਿਸੇ ਹੋਰ ਜ਼ਮੀਨ ਤੇ ਚਲੇ ਜਾਂਦੇ ਹੋ ਤਾਂ ਤੁਸੀਂ ਪ੍ਰਵਾਸੀ ਕਹਿਲਾਏ ਜਾਂਦੇ ਹੋ। ਪ੍ਰਵਾਸੀ ਦਾ ਮਤਲਬ ਹੁੰਦਾ ਜੋ ਆਪਣੀ ਜ਼ਮੀਨ ਉੱਤੇ ਜਾਂ ਆਪਣੀ ਦੇਸ਼ ਵਿੱਚ ਨਾ ਹੋਵੇ। So Abraham ran from Canaan to Egypt. ਇਸ ਲਈ ਅਬਰਾਹਮ ਕਨਾਨ ਤੋਂ ਦੌੜ ਕੇ ਮਿਸਰ ਵਿੱਚ ਚਲਾ ਗਿਆ। Tonight we're calling him, he is in the diaspora, in another country. ਅੱਜ ਅਸੀਂ ਉਸ ਨੂੰ ਪ੍ਰਵਾਸੀ ਆਖਾਂਗੇ, ਦੂਸਰੇ ਦੇਸ਼ ਦੇ ਵਿੱਚ ਰਹਿਣ ਵਾਲਾ। I'll come back to that shortly. I'll read another quotation. ਮੈਂ ਇੱਕ ਹੋਰ ਹਵਾਲਾ ਪੜ੍ਹ ਕੇ ਫਿਰ ਵਾਪਸ ਆਵਾਂਗਾ। 65 1031 M. 65 1031 Paragraph 171. और पैरा नंबर है 171। Iniquity is something that you know that you ought to do, but you won't do it. Iniquity is something that you know. What iniquity is कुधर्म की है, is something that you know you ought to do, और कुधर्म ਦਾ ਮਤਲਬ ਹੈ ਕੋਈ ਐਸਾ ਕੰਮ ਜਿਹੜਾ ਤੁਹਾਨੂੰ ਪਤਾ ਕਿ ਨਹੀਂ ਕਰਨਾ ਚਾਹੀਦਾ and you won't do it. ਪਰ ਤੁਸੀਂ ਉਹਨੂੰ ਕਰ ਦਿੰਦੇ ਹੋ। You are supposed to do this and you won't do it. That's iniquity. और ਇਨੀ ਕੁਧਰਮ ਦਾ ਮਤਲਬ ਹੈ ਕਿ ਤੁਹਾਨੂੰ ਪਤਾ ਹੈ ਕਿ ਆਹ ਕੰਮ ਕਰਨਾ ਚਾਹੀਦਾ ਹੈ, ਸਹੀ ਹੈ, ਪਰ ਤੁਸੀਂ ਨਹੀਂ ਕਰਦੇ। Let me give an example. ਮੈਂ ਤੁਹਾਨੂੰ ਉਦਾਹਰਨ ਦਿੰਦਾ। The best is this one is my friend, so we change roles from time to time. ਔਰ ਇਹ ਮੇਰਾ ਦੋਸਤ ਆ ਤੇ ਅਸੀਂ ਸਮੇਂ ਦਰ ਸਮੇਂ ਆਪਣੇ ਕਿਰਦਾਰ ਬਦਲਦੇ ਹਾਂ। If I am his enemy, listen carefully. ਜੇਕਰ ਮੈਂ ਉਹਦਾ ਦੁਸ਼ਮਣ ਹਾਂ, ਯਾਨੀ ਕਿ ਮੇਰਾ ਦੁਸ਼ਮਣ ਹੈ ਇਹ, ਤਾਂ ਇਹ ਬੜਾ ਧਿਆਨਪੂਰਵਕ ਰਹੇਗਾ। And if he is a Christian, ਜੇਕਰ ਇਹ ਮਸੀਹੀ ਹੈ, his Lord Jesus told him to love me. ਜੇਕਰ ਮੈਂ ਮਸੀਹੀ ਹਾਂ ਤੇ ਮੇਰੇ ਯੀਸ਼ੂ ਨੇ ਮੈਨੂੰ ਦੱਸਿਆ ਕਿ ਮੈਂ ਆਪਣੇ ਦੁਸ਼ਮਣ ਨੂੰ ਪਿਆਰ ਕਰਨਾ ਹੈ। It talks about the Christian, not about the enemy. ਔਰ ਮੈਂ ਮਸੀਹ ਹੋਣ ਦੇ ਨਾਤੇ ਮਸੀਹ ਬਾਰੇ ਬੋਲਾਂਗਾ, ਨਾ ਕਿ ਦੁਸ਼ਮਣ ਬਾਰੇ ਬੋਲਾਂਗਾ। Iniquity is if he knows he should love me and he refuses, he is in iniquity. ਔਰ ਕੁਧਰਮ ਦਾ ਮਤਲਬ ਹੈ ਕਿ ਮੈਨੂੰ ਪਤਾ ਆ ਕਿ ਮਸੀਹ ਹੋਣ ਦੇ ਨਾਤੇ ਮੈਨੂੰ ਪਿਆਰ ਕਰਨਾ ਚਾਹੀਦਾ ਹੈ, ਪਰ ਮੈਂ ਪਿਆਰ ਨਹੀਂ ਕਰਦਾ, ਇਹ ਆ ਕੁਧਰਮ। So with that scripture, he is not in the promised land. ਔਰ ਇਸ ਲਿਖਤ ਦੇ ਆਧਾਰ ਤੇ ਮੈਂ ਜੇਕਰ ਆਪਣੇ ਦੁਸ਼ਮਣ ਨੂੰ ਪਿਆਰ ਨਹੀਂ ਕਰਦਾ ਤਾਂ ਮੈਂ ਵਾਅਦਾ ਕੀਤੀ ਭੂਮੀ ਵਿੱਚ ਨਹੀਂ ਹਾਂ। And what I want to say in a short while tonight is, this is the promised land, brother, sister. ਅੱਜ ਛੋਟੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਆ ਸਾਡੀ ਵਾਅਦਾ ਕੀਤੀ ਧਰਤੀ ਆ ਮੇਰੇ ਭੈਣੋ ਭਰਾਓ। But the promised land is not just the paper, but the words that are written. ਔਰ ਜੋ ਵਾਅਦਾ ਕੀਤੀ ਧਰਤੀ ਆ ਉਹ ਪੇਪਰ ਨਹੀਂ ਹੈ, ਪੇਪਰ ਦੇ ਉੱਤੇ ਲਿਖਿਆ ਹੋਇਆ ਵਚਨ ਵਾਅਦਾ ਕੀਤੀ ਧਰਤੀ ਹੈ। And the words that are written are both pleasant and unpleasant to you. ਔਰ ਇਹ ਜੋ ਵਚਨ ਮੈਂ ਤੁਹਾਡੇ ਸਾਹਮਣੇ ਪੜ੍ਹ ਰਿਹਾ ਆ, ਇਹ ਤੁਹਾਨੂੰ ਖੁਸ਼ੀ ਵੀ ਦਿੰਦੇ ਆ ਤੇ ਕਈ ਵਾਰੀ ਇਹ ਤੁਹਾਨੂੰ ਦੁੱਖ ਵੀ ਦਿੰਦੇ ਆ।
in Revelation 10 verse 8, eat the book, it will be sweet in your mouth, but bitter in your belly. ਕਿਉਂਕਿ ਪ੍ਰਕਾਸ਼ ਦੀ ਪੋਥੀ 10 ਦੇ ਵਿੱਚ ਲਿਖਿਆ ਹੋਇਆ ਆ ਕਿ ਇਹ ਪੋਥੀ ਲੈ ਅਤੇ ਤੇ ਖਾ ਲੈ, ਤੇਰੇ ਮੂੰਹ ਵਿੱਚ ਤਾਂ ਮਿੱਠੀ ਲੱਗੇਗੀ ਤੇ ਇਹੋ ਹੀ ਪੋਥੀ ਜਦੋਂ ਤੇਰੇ ਢਿੱਡ ਵਿੱਚ ਗਈ ਤਾਂ ਕੌੜੀ ਲੱਗੇਗੀ। ਇਸ ਲਈ ਇਹ ਵਚਨ ਤੁਹਾਨੂੰ ਖੁਸ਼ ਵੀ ਕਰ ਦਿੰਦੇ ਆ ਤੇ ਦੁਖੀ ਵੀ ਕਰ ਦਿੰਦੇ ਆ। So if you say, I don't like that bitterness of the book, and you refuse to eat that part, then you are in iniquity. ਔਰ ਜੇਕਰ ਤੁਹਾਨੂੰ ਪਤਾ ਲੱਗਦਾ ਆ ਕਿ ਇਹ ਪੋਥੀ ਖਾਣੀ ਜ਼ਰੂਰੀ ਆ ਪਰ ਤੁਸੀਂ ਇਹਨੂੰ ਖਾਣੋਂ ਮਨਾ ਕਰ ਦਿੰਦੇ ਹੋ ਕਿ ਢਿੱਡ ਨੂੰ ਕੌੜਾ ਕਰਦੀ ਆ, ਤੁਸੀਂ ਇਹਨੂੰ ਇਗਨੋਰ ਕਰਦੇ ਹੋ, ਮੈਂ ਨਹੀਂ ਖਾਣੀ ਹੈ ਤਾਂ ਬਹੁਤ ਕੌੜੀ ਆ, ਫਿਰ ਤੁਸੀਂ ਕੁਧਰਮ ਵਿੱਚ ਹੋ। Iniquity is not done by the ignorant. ਔਰ ਕੁਧਰਮ ਉਹ ਨਹੀਂ ਹੈ ਜਿਹੜਾ ਤੁਸੀਂ ਅਣਜਾਣੇ ਵਿੱਚ ਕਰੋ। Iniquity is done by those who know what they ought to do. ਔਰ ਕੁਧਰਮ ਦਾ ਮਤਲਬ ਹੈ ਕਿ ਤੁਸੀਂ ਉਹ ਕੰਮ ਕਰਦੇ ਹੋ ਜਿਹੜਾ ਤੁਹਾਨੂੰ ਪਤਾ ਹੈ ਕਿ ਨਹੀਂ ਕਰਨਾ ਚਾਹੀਦਾ। And they say, I'm not going to do that. ਔਰ ਤੁਸੀਂ ਕਹਿੰਦੇ ਹੋ ਕਿ ਮੈਂ ਇਹ ਨਹੀਂ ਕਰਾਂਗਾ। And the scribe would write iniquity. ਔਰ ਤੁਸੀਂ ਇਹਦਾ ਵਿਖਿਆਨ ਕਰਦੇ The ਹੋ। writer of your life will put there iniquity. ਔਰ ਤੁਹਾਡੀ ਜ਼ਿੰਦਗੀ ਦਾ ਲੇਖਕ ਲਿਖ ਦੇਵੇਗਾ ਕੁਧਰਮ। ਸਾਡੀ ਜ਼ਿੰਦਗੀ ਦਾ ਲੇਖਕ ਕੌਣ ਹੈ? Acts says the times of ignorance, God pretends to be asleep. In English it says he winks at. ਔਰ ਰਸੂਲਾਂ ਦੇ ਕਰਤੱਵ 10 ਦੇ ਵਿੱਚ ਲਿਖਿਆ ਹੋਇਆ ਆ ਕਿ ਖੁਦਾ ਨੇ ਕਈਆਂ ਦੇ ਕੁਧਰਮ ਤੋਂ ਆਪਣੀਆਂ ਅੱਖਾਂ ਬੰਦ ਕਰ ਲਈਆਂ। You didn't know it. ਉਹ ਜਾਣਦਾ ਹੀ ਨਹੀਂ, ਵੇਖਦਾ ਹੀ ਨਹੀਂ ਆ। But when you know it, ਪਰ ਜਦੋਂ ਤੁਸੀਂ ਜਾਣਦੇ ਹੋ, I'm reading again, you know better but won't do it. ਤੁਸੀਂ ਕਿਸੇ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਪਰ ਤੁਸੀਂ ਉਹਨੂੰ ਚੰਗੀ ਤਰ੍ਹਾਂ ਨਿਭਾਉਂਦੇ ਨਹੀਂ ਹੋ। That is iniquity. ਇਹ See? ਕੁਧਰਮ ਆ। You know they should stay with the word of God. ਤੁਹਾਨੂੰ ਪਤਾ ਆ ਕਿ ਤੁਹਾਨੂੰ ਉਹਨਾਂ ਨੂੰ ਵਚਨ ਦੇ ਨਾਲ ਠਹਿਰੇ ਰਹਿਣਾ ਚਾਹੀਦਾ। But for some reason, we are going to read some of the reasons here, but for some reason, in this case, but for the church's sake, ਪਰ ਉਹ ਆਪਣੀ ਕਲੀਸਿਆ ਜਾਂ ਗਿਰਜੇ ਦੇ ਕਾਰਨ, but for somebody else's sake, ਜਾਂ ਕਿਸੇ ਹੋਰ ਵਿਅਕਤੀ ਦੇ ਕਾਰਨ, but for something else's sake, ਜਾਂ ਫਿਰ ਕਿਸੇ ਹੋਰ ਕਾਰਨ you will stray from the word of God. ਤੁਸੀਂ ਆਪਣੇ ਗਿਰਜੇ ਦੇ ਕਾਰਨ, ਕਿਸੇ ਵਿਅਕਤੀ ਦੇ ਕਾਰਨ ਜਾਂ ਕਿਸੇ ਹੋਰ ਕੰਮ ਦੇ ਕਾਰਨ ਵਚਨ ਤੋਂ ਦੂਰ ਹੋ ਜਾਂਦੇ ਹੋ। And do what the organization or your group says. ਔਰ ਫਿਰ ਤੁਸੀਂ ਉਹ ਕੰਮ ਕਰਦੇ ਹੋ ਜੋ ਤੁਹਾਡੀ ਜਥੇਬੰਦੀ ਜਾਂ ਤੁਹਾਡਾ ਗਰੁੱਪ ਆਖਦਾ ਹੈ। The prophet called that iniquity. ਔਰ ਨਬੀ ਇਸ ਨੂੰ ਕੁਧਰਮ ਆਖਦਾ ਹੈ। You are no longer in the promised land. ਇਸ ਲਈ ਤੁਸੀਂ ਹੁਣ ਵਾਅਦਾ ਕੀਤੀ ਧਰਤੀ ਵਿੱਚ ਨਹੀਂ ਹੋ ਜੇਕਰ ਤੁਸੀਂ ਕੁਧਰਮ ਕਰਦੇ ਹੋ। And my encouragement tonight is stay in the promised land. ਅੱਜ ਮੈਂ ਤੁਹਾਡਾ ਉਤਸ਼ਾਹ ਵਧਾਉਣਾ ਚਾਹੁੰਦਾ ਹਾਂ ਇਹ ਕਹਿ ਕੇ ਕਿ ਵਾਅਦਾ ਕੀਤੀ ਧਰਤੀ ਵਿੱਚ ਬਣੇ ਰਹੋ। In the book 63:04-28. ਔਰ 63:04-28 ਸੰਦੇਸ਼ ਹੈ ਲੁਕ ਵੇਖਣਾ। Paragraph 132. ਔਰ ਪੈਰਾਗ੍ਰਾਫ ਹੈ 132। Then how could a man say he is filled with the Holy Ghost? ਫਿਰ ਇੱਕ ਮਨੁੱਖ ਕਿਵੇਂ ਕਹਿ ਸਕਦਾ ਹੈ ਕਿ ਮੈਂ ਪਵਿੱਤਰ ਆਤਮਾ ਨਾਲ ਭਰਿਆ? Then that Holy Spirit say a certain way to do something in the Bible. ਕਿਉਂਕਿ ਪਵਿੱਤਰ ਆਤਮਾ ਤੇ ਉਹੀ ਕੰਮ ਕਰਨ ਨੂੰ ਕਹੇਗਾ ਜੋ ਬਾਈਬਲ ਦੇ ਅੰਦਰ ਲਿਖੇ ਹੋਏ ਹਨ। And this man says, oh well, that's fanaticism. ਪਰ ਇਹ ਬੰਦਾ ਜਿਹੜਾ ਦਾਵਾ ਕਰਦਾ ਕਿ ਮੈਂ ਪਵਿੱਤਰ ਆਤਮਾ ਪਾਇਆ, ਇਹ ਬੰਦਾ ਕਹਿੰਦਾ ਆ ਨਹੀਂ ਨਹੀਂ ਇਹ ਤੇ ਪਖੰਡਵਾਦ ਆ। Remember your Abraham tonight? ਤੁਹਾਨੂੰ ਅੱਜ ਦਾ ਅਬਰਾਹਮ ਯਾਦ You are ਹੈ in the promised land. ਕਿ ਜੋ ਕਿ ਵਾਅਦਾ ਕੀਤੀ ਧਰਤੀ ਵਿੱਚ You ਬੁਲਾਇਆ got the ਗਿਆ। Holy Ghost. ਉਹਨੇ ਪਵਿੱਤਰ ਆਤਮਾ ਪਾਇਆ ਸੀ You love the Lord. ਔਰ ਉਹ ਪ੍ਰਭੂ ਨੂੰ ਪਿਆਰ ਕਰਦਾ And ਸੀ। the definition of the promised land is the scriptures. ਔਰ ਜਿਹੜੀ ਵਾਅਦਾ ਕੀਤੀ ਧਰਤੀ ਦੀ ਪਰਿਭਾਸ਼ਾ ਆ ਉਹ ਇਹ ਵਚਨ ਆ।
And the scripture says things must be done a certain way. और पवित्र आत्मा जा वचन आखदा आ कि कुछ चीजां वचन दे मुताबिक ही कीतियां जानियां चाहिदियां हन. And with your claim of the promised land, with your claim of the Holy Spirit, with your claim of being predestinated, you say that's fanaticism. पर तुसी दावा करदे हो कि मैं पवित्र आत्मा पाया, मैं वादा कीती जमीन विच हां, मैं विश्वास विच हां, पर फिर भी तुसी वचन दे नाल संबंधित चीजां नू पखंडवाद आखदे हो. Could that be the Holy Ghost saying that in you? की ये तुहाडे विच पवित्र आत्मा बोल रहा होवेगा? Can the Holy Ghost call an instruction of the word fanaticism? की पवित्र आत्मा वचन दे हवालियां नू पखंडवाद कह सकदा? Please answer me. मैनू उत्तर दिओ कि पवित्र आत्मा वचन दे हवालियां नू पखंडवाद कह सकदा? No. I'll read some more. This is the book from the book Luke. और ये हवाला है संदेश लूक दे विचों. We are there, brother. Could the Holy Spirit be the real Holy Spirit, deny its own word? कि पवित्र आत्मा असली पवित्र आत्मा होने दे नाते अपने वचन का इनकार कर सकता है? They didn't answer. मैनू उत्तर दियो कि पवित्र आत्मा अपने read ही it वचन again. का इनकार कर सकता है? Let's read it again. मैं दोबारा पढ़दा. Could the Holy Spirit, the real Holy Spirit, deny its own word? कि असली पवित्र आत्मा अपने ही वचन का इनकार कर सकता है? But the sisters are not answering. Let's ask again. Because here it says, congregation said no. क्योंकि इत्थे लिखिया आया कलीसिया आखदी है But नहीं. here, brothers said no. इत्थे कुछ भाई कह रहे ने नहीं. Now I'm talking to the congregation पर again. हुण तां मैं सारी कलीसिया नाल ही बोल रहा हां. Here comes the question again. मैं फिर तुहाडे अगे प्रश्न रखदा. Could the Holy Spirit be the real Holy Spirit and deny its own word? कि पवित्र आत्मा जो कि असली पवित्र आत्मा आ अपने ही वचन का इनकार कर सकता है? We are together. कि तुसी मेरे नाल हो. So the answer at the tabernacle where he was preaching, the congregation said no. जिस भवन दे विच भाई ब्राह्मण प्रचार कर रहा सी उस कलीसिया ने जवाब दिता सी नहीं. In other words, the Holy Spirit has to stay with the word. दूसरे शब्दां विच मैं कहांगा पवित्र आत्मा अपने वचन दे नाल बनिया रहिंदा है. The reason the Holy Spirit stays with the word is the Holy Spirit is the word. क्यों पवित्र आत्मा वचन दे नाल बनिया रहिंदा है? क्योंकि पवित्र आत्मा आप वचन है. The Holy Spirit is God and the पवित्र आत्मा खुदा word is है. God. पवित्र आत्मा खुदा है ते वचन भी खुदा है. And the word and God are one. अते वचन अते खुदा एक ही हन. So with our father Abraham tonight, और आज साडा पिता अब्राहम he has been placed in Canaan. वो कनान विच रखा गया सी. The same God can't come and allocate Abraham another land. ओही खुदा जिसने ओनू कनान विच भेजिया सी ओ खुदा आके ओनू किसे होर देश विच नहीं भेज सकदा. The Holy Spirit can't go to Abraham and says, I have discovered India is the place I should have put you, so take your children, go to India and settle there. पवित्र आत्मा अब्राहम कोल आके ये गल नहीं कह सकदा कि अब्राहम देख मैं भारत नू वेख्या बड़ा सफल देश है, बहुत हरिया भरिया आ, तू इंज कर कनान छड्ड ते इंडिया चला जा. So the Holy Ghost from the time of Abraham up to today never came to a time where he said, I accept where you are is all right as long as you are happy and successful. पवित्र आत्मा ने अब्राहम दे दिनां तो लैके अज तक कदे भी किसे नू ये गल नहीं आखी
ਕਿ ਜਿੱਥੇ ਵੀ ਤੁਸੀਂ ਚਲੇ ਜਾਂਦੇ ਹੋ, ਚਾਹੇ ਤੁਸੀਂ ਉੱਥੇ ਸਫਲ ਹੋਵੋ, ਚਾਹੇ ਤੁਸੀਂ ਉੱਥੇ ਬੜੇ ਹਰੀ ਭਰੀ ਜ਼ਿੰਦਗੀ ਜੀਓ, ਪਵਿੱਤਰ ਆਤਮਾ ਕਦੇ ਵੀ ਆ ਕੇ ਨਹੀਂ ਕਹਿੰਦਾ ਕਿ ਤੁਸੀਂ ਜਿੱਥੇ ਕਿਤੇ ਵੀ ਹੋ ਮੈਂ ਤੁਹਾਡੇ ਨਾਲ ਖੁਸ਼ ਹਾਂ। Amen. Somewhere in Germany, ਕਈ ਲੋਕ ਜਰਮਨ ਵਿੱਚ ਹਨ, somewhere in England, ਕੁਝ ਲੋਕ ਇੰਗਲੈਂਡ ਵਿੱਚ ਹਨ, somewhere in America, ਕੁਝ ਲੋਕ ਅਮਰੀਕਾ ਵਿੱਚ ਹਨ, somewhere in Africa. ਕੁਝ ਲੋਕ ਅਫਰੀਕਾ ਵਿੱਚ I ਹਨ, don't know about India, but some Jews were here. ਔਰ ਕੁਝ ਲੋਕ ਇੰਡੀਆ ਦੇ ਵਿੱਚ ਵੀ ਹਨ ਜੋ ਕਿ ਯਹੂਦੀ ਹਨ। But God never made them accept that as their new home. ਖੁਦਾ ਨੇ ਕਦੇ ਵੀ ਉਹਨਾਂ ਨੂੰ ਉਹਨਾਂ ਦੇ ਨਵੇਂ ਘਰਾਂ ਵਿੱਚ ਗ੍ਰਹਿਣ ਨਹੀਂ ਕੀਤਾ, ਭਾਵੇਂ ਉਹਨਾਂ ਜਰਮਨੀ ਵਿੱਚ ਬਣਾਇਆ, ਚਾਹੇ ਇੰਗਲੈਂਡ ਵਿੱਚ ਬਣਾਇਆ, ਚਾਹੇ ਭਾਰਤ ਵਿੱਚ ਬਣਾਇਆ। ਖੁਦਾ ਉਹਨਾਂ ਨੂੰ ਕਦੇ ਵੀ ਉਹਨਾਂ ਦੇ ਨਵੇਂ ਘਰਾਂ ਵਿੱਚ, ਨਵੇਂ ਸਥਾਨਾਂ ਤੇ ਗ੍ਰਹਿਣ ਨਹੀਂ ਕਰਦਾ। He raised troublemakers to drive them back to their homeland. ਇਸ ਲਈ ਖੁਦਾ ਉਹਨਾਂ ਨੂੰ ਤੰਗ ਕਰਨ ਵਾਲੇ ਪੈਦਾ ਕਰਦਾ ਹੈ ਤਾਂ ਕਿ ਯਹੂਦੀਆਂ ਨੂੰ ਤੰਗ ਕਰਨ ਵਾਲੇ ਲੋਕ ਖੜੇ ਹੋਣ, ਤਾਂ ਕਿ ਯਹੂਦੀ ਆਪਣੀ ਜਨਮ ਭੂਮੀ ਤੇ ਚਲੇ ਜਾਣ। And if God loves you, He will raise troublemakers, noisemakers, to send you back to the word. ਇਸ ਲਈ ਖੁਦਾ ਵੀ ਤੁਹਾਡੇ ਆਲ ਦੁਆਲੇ ਤੁਹਾਨੂੰ ਤੰਗ ਕਰਨ ਵਾਲੇ, ਸਤਾਉਣ ਵਾਲੇ ਖੜੇ ਕਰੇਗਾ ਕਿ ਉਹ ਤੁਹਾਨੂੰ ਸਤਾਉਣ, ਤੰਗ ਕਰਨ ਅਤੇ ਖੁਦਾ ਤੁਹਾਨੂੰ ਧੱਕ ਕੇ ਤੁਹਾਡੀ ਵਾਅਦਾ ਕੀਤੀ ਧਰਤੀ ਵਿੱਚ ਪਹੁੰਚਾ ਦੇਵੇ। But while the noise is going on, you will be saying Egypt is good enough, Ethiopia is good enough, America is good enough. But God says, go back to the word. ਔਰ ਜਦੋਂ ਐਸਾ ਹੋਵੇਗਾ ਤੁਸੀਂ ਕਲੇਮ ਕਰਦੇ ਹੋਵੋਗੇ ਇਥੋਪੀਆ ਬੜਾ ਵਧੀਆ ਹੈ, ਮਿਸਰ ਬਹੁਤ ਵਧੀਆ ਆ, ਦੂਸਰੇ ਦੇਸ਼ ਬਹੁਤ ਵਧੀਆ, ਪਰ ਖੁਦਾ ਤੁਹਾਨੂੰ ਤਦ ਤੱਕ ਧੱਕਦਾ ਰਹੇਗਾ ਜਦ ਤੱਕ ਤੁਸੀਂ ਆਪਣੀ ਮਾਤਰ ਭੂਮੀ ਵਿੱਚ ਨਹੀਂ ਆ ਜਾਂਦੇ। Hallelujah. ਹਾਲੇਲੂਇਆ। I'm going to ask for a favor, Pastor, for मैं some सेवकां नूं water पुछण for my लगा। friend. I'm using him because I also need some water. Is that all right? Some water to drink. ਮੈਨੂੰ ਕੁਝ ਪਾਣੀ ਚਾਹੀਦਾ ਹੈ ਪੀਣ ਵਾਸਤੇ। I'm sure you can. There is some there. Yes. You can drink. No, take that. Okay. Is it all right if we drink water from the pulpit? ਪੁਲਪਿਟ ਤੇ ਪਾਣੀ ਪੀਣਾ ਠੀਕ ਰਹੇਗਾ? Thank you. God bless you. ਖੁਦਾ ਤੁਹਾਨੂੰ ਬਰਕਤ ਦੇ। Abraham was in Canaan. ਅਬਰਾਹਮ ਕਨਾਨ ਵਿੱਚ ਸੀ। But in summary, in case I don't get there, the children of Israel never could settle outside Canaan. ਇਸ ਲਈ ਜਦੋਂ ਅਬਰਾਹਮ ਨੂੰ ਖੁਦਾ ਨੇ ਕਨਾਨ ਦਿੱਤਾ ਸੀ ਤਾਂ ਇੱਕ ਚੀਜ਼ ਯਾਦ ਰੱਖੋ, ਅਬਰਾਹਮ ਦੇ ਬੱਚੇ ਕਦੇ ਵੀ ਕਨਾਨ ਤੋਂ ਬਾਹਰ ਕਦੇ ਸੈਟਲ ਨਹੀਂ ਹੋ ਪਾਏ। I would like that to sink. And you are not going to be a success in the message without staying in the promised land. ਤੁਸੀਂ ਕਦੇ ਵੀ ਸੰਦੇਸ਼ ਦੇ ਵਿੱਚ ਸਫਲ ਨਹੀਂ ਹੋ ਸਕਦੇ ਬਿਨਾਂ ਵਾਅਦਾ ਕੀਤੀ ਧਰਤੀ ਦੇ। My encouragement and attitude to this message is whatever Brother Branham said, I consider all of it. ਦੇਖੋ ਮੇਰਾ ਜੋ ਇਸ ਸੰਦੇਸ਼ ਦੇ ਪ੍ਰਤੀ ਰਵੱਈਆ ਉਹ ਇਦਾਂ ਦਾ ਆ ਕਿ ਜੋ ਭਾਈ ਬ੍ਰਾਨਮ ਨੇ ਕਿਹਾ ਆ ਮੈਂ ਉਹਦੇ ਉੱਤੇ ਧਿਆਨ ਲਗਾਉਂਦਾ ਆ। I don't let a quotation fight another quotation. ਤੇ ਮੈਂ ਕਦੇ ਵੀ ਲਿਖਤ ਨੂੰ ਜਾਂ ਹਵਾਲੇ ਨੂੰ ਹਵਾਲਿਆਂ ਨਾਲ ਲੜਾਉਂਦਾ ਨਹੀਂ ਆ। I make the two quotations contribute to my experience. ਤੇ ਮੈਂ ਦੋਨਾਂ ਹਵਾਲਿਆਂ ਨੂੰ ਆਪਣੇ ਤਜਰਬੇ ਦੇ ਵਿੱਚ ਹਿੱਸੇਦਾਰ ਬਣਾਉਂਦਾ ਆ। I'll read from 620909E. ਮੈਂ ਸੰਦੇਸ਼ ਹੈ 6200909E ਦੇ ਵਿੱਚੋਂ 43 paragraph. ਔਰ ਉਹਦਾ ਪਹਿਰਾ ਨੰਬਰ ਹੈ 43। We are not ordained to do nothing but stay with the word. ਸਾਨੂੰ ਵਚਨ ਦੇ ਨਾਲ ਰਹਿਣ ਦੇ ਲਈ ਹੀ ਨਿਯੁਕਤ ਕੀਤਾ ਗਿਆ ਹੈ। That means stay in Canaan if you are Abraham. ਇਹਦਾ ਮਤਲਬ ਹੈ ਜੇਕਰ ਤੁਸੀਂ ਅਬਰਾਹਮ ਹੋ ਤੇ ਤੁਹਾਨੂੰ ਕਨਾਨ ਵਿੱਚ ਰਹਿਣਾ ਪੈਣਾ ਹੈ। We are reading on. If a man is sent of God, ਜੇਕਰ ਕੋਈ ਮਨੁੱਖ ਖੁਦਾ ਵੱਲੋਂ ਭੇਜਿਆ ਗਿਆ ਹੈ, he will stay with the word. ਉਹ ਖੁਦਾ
ਦੇ ਵਚਨ ਵਿੱਚ ਬਣਿਆ ਰਹੇਗਾ because God can only send his word. ਕਿਉਂਕਿ ਖੁਦਾ ਹਮੇਸ਼ਾ ਆਪਣੇ ਵਚਨ ਨੂੰ ਹੀ ਭੇਜਦਾ ਹੈ God can't send his thoughts to you. ਖੁਦਾ ਕਦੇ ਵੀ ਕਿਸੇ ਮਨੁੱਖ ਦੇ ਵਿਚਾਰ ਨਹੀਂ ਤੁਹਾਡੇ ਤੱਕ ਭੇਜ They are ਸਕਦਾ not written anyway, so you can't cross reference. ਐਕਸਕਿਊਜ਼ ਮੀ Your thoughts are not written anywhere, are they? ਕਿਉਂਕਿ ਮੇਰੇ ਵਿਚਾਰ ਕਿਤੇ ਵੀ ਵਚਨ ਵਿੱਚ ਲਿਖੇ ਨਹੀਂ ਹੋਏ Do you know his thoughts? ਕੀ ਤੁਸੀਂ ਮੇਰੇ ਵਿਚਾਰਾਂ ਨੂੰ ਜਾਣਦੇ ਹੋ Do you know my thoughts? ਕੀ ਤੁਸੀਂ ਮੇਰੇ ਵਿਚਾਰਾਂ ਨੂੰ ਜਾਣਦੇ ਹੋ So if I give you what I think, how do you know what I think? ਜੇਕਰ ਮੈਂ ਤੁਹਾਨੂੰ ਉਹ ਦੇ ਦਵਾਂ ਜੋ ਮੇਰੇ ਵਿਚਾਰ ਹਨ ਜੋ ਕਿ ਕਿਤੇ ਲਿਖੇ ਨਹੀਂ ਗਏ But God's thoughts are on record. ਦੇਖੋ ਖੁਦਾ ਦੇ ਵਿਚਾਰਾਂ ਦਾ ਇੱਕ ਰਿਕਾਰਡ ਹੈ Elijah's thoughts are on record. ਏਲੀਆ ਦੇ ਵਿਚਾਰਾਂ ਦਾ ਬਾਈਬਲ ਵਿੱਚ ਇੱਕ ਰਿਕਾਰਡ ਹੈ We cannot put down a quotation in favor of your thoughts. ਇਸ ਲਈ ਅਸੀਂ ਹਵਾਲਿਆਂ ਨੂੰ ਨੀਚੇ ਨਹੀਂ ਕਰ ਸਕਦੇ ਆਪਣੇ ਵਿਚਾਰਾਂ ਨੂੰ ਉੱਚਾ ਉਠਾਉਣ ਦੀ ਖਾਤਰ Because the quotation of Brother Branham, we can see it. ਔਰ ਭਾਈ ਬ੍ਰਾਨਮ ਦੇ ਹਵਾਲੇ ਤਾਂ ਅਸੀਂ ਵੇਖ ਸਕਦੇ ਹਾਂ But your thoughts we can't see. ਪਰ ਤੁਹਾਡੇ ਵਿਚਾਰ ਨਹੀਂ ਅਸੀਂ ਵੇਖ ਸਕਦੇ So the word became flesh. The Yes, letter was written from the mind of God. ਇਸ ਲਈ ਵਚਨ ਦੇਹਧਾਰੀ ਹੋਇਆ ਉਹ ਵਚਨ ਜਿਹੜਾ ਪਹਿਲਾਂ ਖੁਦਾ ਦੇ ਵਿਚਾਰਾਂ ਵਿੱਚ ਸੀ So God can only send his word. ਇਸ ਲਈ ਖੁਦਾ ਹਮੇਸ਼ਾ ਆਪਣੇ ਵਚਨ ਨੂੰ ਹੀ ਘੱਲਦਾ ਹੈ We are reading on. ਅਸੀਂ ਅੱਗੇ ਪੜ੍ਹ ਰਹੇ And ਹਾਂ when he come into his presence, ਜਦੋਂ ਉਹ ਆਪਣੀ ਹਜ਼ੂਰੀ ਵਿੱਚ ਆਉਂਦਾ ਹੈ when a man comes into the presence of God, ਔਰ ਜਦੋਂ ਇੱਕ ਮਨੁੱਖ ਖੁਦਾ ਦੀ ਉਪਸਥਿਤੀ ਵਿੱਚ ਆਉਂਦਾ ਹੈ he is changed forever. ਤੇ ਉਹ ਹਮੇਸ਼ਾ ਲਈ ਬਦਲ ਜਾਂਦਾ ਹੈ Hallelujah. ਹਾਲੇਲੂਇਆ Let me see if I can run a little bit. I'm not attempting to finish any message because I'm just talking about Abraham and there's too many messages on Abraham. ਮੈਂ ਇਹਦੇ ਉੱਤੇ ਸਮਾਪਤ ਨਹੀਂ ਕਰ ਸਕਦਾ ਕਿਉਂਕਿ ਮੈਂ ਬਹੁਤ ਜ਼ਿਆਦਾ ਅਬਰਾਹਮ ਦੇ ਉੱਤੇ ਬੋਲ ਰਿਹਾ ਹਾਂ In Perseverance of 6206:23, ਔਰ ਸੰਦੇਸ਼ ਹੈ ਦ੍ਰਿੜ ਇਰਾਦੇ ਨਾਲ ਲੱਗੇ ਰਹਿਣਾ ਔਰ ਇਹ ਹੈ 620623 139. ਔਰ ਪੈਰਾ ਨੰਬਰ ਹੈ 139 Notice she also admitted that what Jesus said was the truth. ਉਸਨੇ ਵੀ ਉਸ ਔਰਤ ਨੇ ਵੀ ਮੰਨ ਲਿਆ ਸੀ ਕਿ ਜੋ ਯੀਸ਼ੂ ਬੋਲ ਰਿਹਾ ਹੈ ਉਹ ਬਿਲਕੁਲ ਸੱਚ ਹੈ Then Brother Branham says, ਫਿਰ- "My, ਫਿਰ ਭਾਈ ਬ੍ਰਾਨਮ ਕਹਿੰਦੇ ਵਿਊ ਮਾਈ this was the Syrophoenician woman who was called a dog by Jesus." ਔਰ ਇਹ ਸੀ ਉਹ ਕਨਾਨੀ ਇਸਤਰੀ ਜਿਸ ਨੂੰ ਯੀਸ਼ੂ ਨੇ ਕੁੱਤੇ ਤੱਕ ਕਹਿ ਦਿੱਤਾ ਸੀ Instead of getting politically angry, she said, "That's right." ਔਰ ਉਹ ਔਰਤ ਗੁੱਸੇ 'ਚ ਆਉਣ ਦੀ ਬਜਾਏ ਕਹਿ ਰਹੀ ਸੀ ਤੂੰ ਬਿਲਕੁਲ ਠੀਕ ਕਹਿ ਰਿਹਾ ਹੈ She said, "I am a dog. Amen." ਔਰ ਉਹ ਕਹਿ ਰਹੀ ਸੀਗੀ ਕਿ ਹਾਂ ਅਸੀਂ ਕੁੱਤੇ ਹਾਂ ਆਮੀਨ Faith, listen. Jesus was the word. ਵਿਸ਼ਵਾਸ ਸੁਣਨਾ ਕਿ ਯੀਸ਼ੂ ਮਸੀਹ ਵਚਨ ਹੈ And if you've got genuine faith, ਜੇਕਰ ਤੁਹਾਨੂੰ ਵਾਸਤਵਿਕ ਵਿਸ਼ਵਾਸ ਮਿਲਿਆ ਹੈ faith will admit always that the word is right. ਤੇ ਵਿਸ਼ਵਾਸ ਹਮੇਸ਼ਾ ਮੰਨੇਗਾ ਕਿ ਵਚਨ ਹੀ ਬਿਲਕੁਲ ਠੀਕ ਹੈ And the beauty of the word is we've got it. ਔਰ ਇਸ ਵਚਨ ਦੀ ਸੁੰਦਰਤਾ ਇਹ ਹੈ ਕਿ ਇਹ ਸਾਡੇ ਹੱਥ ਵਿੱਚ ਹੈ What I have here ਜੋ ਕੁਝ ਮੇਰੇ ਕੋਲ ਇੱਥੇ ਹੈ is what he has here. ਔਰ ਉਹੀ ਚੀਜ਼ ਮੇਰੇ ਕੋਲ ਇੱਥੇ ਹੈ And is what anyone else has. ਤੇ ਤੁਹਾਡੇ ਵਿੱਚੋਂ ਵੀ ਹਰ ਇੱਕ ਦੇ ਕੋਲ ਇਹੀ ਹੈ The message I am reading here ਔਰ ਜੋ ਸੰਦੇਸ਼ ਮੈਂ ਇੱਥੇ ਪੜ੍ਹ ਰਿਹਾ is the message which you have in India. ਔਰ ਉਹੀ ਸੰਦੇਸ਼ ਜੋ ਤੁਹਾਡੇ ਕੋਲ ਭਾਰਤ It's ਵਿੱਚ the ਹੈ same message anywhere in the world. ਔਰ ਇਹੀ ਮੈਸੇਜ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਹੈ And is on record. ਔਰ ਇਹਦਾ ਇੱਕ ਰਿਕਾਰਡ ਹੈ And a believer, his job is to admit that that is right. ਔਰ ਵਿਸ਼ਵਾਸੀ ਦਾ ਕਿੱਤਾ ਤੇ ਕੰਮ ਇਹ ਹੈ ਕਿ ਉਹ ਪਹਿਚਾਨ ਕਰੇ ਕਿ ਇਹ ਸੰਦੇਸ਼ ਹੀ ਬਿਲਕੁਲ ਠੀਕ ਹੈ I will read on. ਮੈਂ ਅੱਗੇ ਪੜਾਂਗਾ Faith will never argue against the word. Amen.
विश्वास कदे भी वचन दे विरुद्ध बहस नहीं करेगा। If I was to ask, have you got faith? The answer is yes. और जेकर मैं पूछा कि ये खुदा ने आख्या ते दा उत्तर आवेगा हाँ जी। How many have faith? Hanji. Yes. Yeah, I've answered my question. Okay. How many have faith? किन्ने लोगों को विश्वास है? Hanji. I know Hanji. मैनू हाँ दा पता है, हाँ जी दा पता है। Is that correct? Yes, yes. So everyone will say, I've got faith. हर एक कहता है कि मेरे को विश्वास है। But faith will never argue against the word. पर विश्वास कदे भी वचन दे विरुद्ध बहस नहीं करेगा। So if you are, what you are calling faith is arguing against the word, is not faith. जेकर तुसी कहंदे हो कि मेरे को विश्वास है पर तुहाडा विश्वास वचन दे विरुद्ध बहस करदा है तां फिर ये विश्वास है नहीं है। If the revelation you are holding is arguing against the word, it's not revelation. ते जेकर तुसी कहंदे हो कि मेरे को प्रकाशन है पर तुहाडा प्रकाश वचन दे विरुद्ध बहस करदा है तां फिर ये विश्वास रेवलेशन नहीं है। Because we were taught by the prophet, faith is a revelation. क्योंकि नबी दे द्वारा सानू ये सिखाया गया कि विश्वास एक प्रकाशन है। Faith won't argue with the word. और विश्वास कदे भी वचन दे नाल बहस नहीं करेगा। The way the word said do it, जिस तरह वचन आखदा कि इनू करो, that's the way faith will recognize it. ते फेथ उसे ही तरह इहदी पहचान कर लवेगा। And Brother Branham says, I want that to soak in. और मैं भाई ब्रानम ने कहा मैं नहीं चाहता कि तुसी इस नू सुका दो। I wish I could have a minute of silence of getting that to soak. और कई बार सानू ओके I wish I could have a minute of silence of letting that soak. So we are getting our minute anyway. मैं उम्मीद करदा कि साडे कोल कुछ मिनट होण के ये चीज़ां जिहड़ियां मैं बोल रहा संदेशां दे विचों ये साडे अंदर समा जाण रच जाण। What he wants to soak, I will read again. जो साडे अंदर समा जाना चाहिदा मैं उन्हें फिर पढ़ांगा। There is this word, ये वचन there is what's written. जो कि लिखिया गया It has instructions and commands. ये साडे लई हुक्म अते दिशा निर्देश हन। The way God said things must be done, that's what is recognized by faith. और जड़ियां चीज़ां खुदा ने आखियां ये कीतियां जानियां चाहिदियां। So now we are reading. और इन्हां दी पहचान विश्वास द्वारा हुंदी है। The way the word said, do it. जिस तरह वचन आखदा है उसनू उस तरह करो। That's the way faith will recognize it. और ये है जिस तरह विश्वास पहचानिया जावेगा। Is that clear? Yes. That's the way faith will want to do it. और विश्वास ऐसे ही तरह काम करदा है। If you remember Malachi 4, जेकर तुसी मलाकी 4 नू तुहानू याद है verse 5, 5वीं आयत it says, remember the law of Moses, my servant. उन्हें क्या मूसा मेरे दास दी व्यवस्था नू चेते रखो which I commanded unto him in Horeb for all Israel. जिसदा मैं होरेब दे विच सारे इजराइलियां नू हुक्म दिता सी। And I want you to take particular note of the fact that it says with the statutes and judgments. I don't know whether it will come out in Punjabi. Yes, yes, I can take it. But while he is looking for it, the message before Elijah is sent, we were reminded that he must come with statutes and judgments like Moses. तुसी मेरे दास मूसा दी व्यवस्था नू चेते रखो अते विधियां अते नियमां नू जिन्हां दा मैं सारे इजराइल लई होरेब विच हुक्म दिता। With the statutes and judgments, is that coming out? विधियां अते कानून। Yes. If Elijah comes in verse 5,
ਜੇਕਰ ਪੰਜਵੀਂ ਆਇਤ ਦੇ ਵਿੱਚ ਏਲੀਆ ਆਉਂਦਾ ਹੈ he is coming to people who have been reminded about Moses. ਤੇ ਏਲੀਆ ਉਹਨਾਂ ਲੋਕਾਂ ਕੋਲ ਆਉਂਦਾ ਹੈ ਜਿਨ੍ਹਾਂ ਨੂੰ ਮੂਸਾ ਦੀਆਂ ਵਿਵਸਥਾ ਅਤੇ ਵਿਧੀਆਂ ਯਾਦ ਹਨ। Remember Moses. ਮੂਸਾ ਨੂੰ ਯਾਦ ਰੱਖੋ। Remember Moses. ਮੂਸਾ ਨੂੰ ਯਾਦ ਰੱਖੋ। Remember Moses. ਮੂਸਾ ਨੂੰ ਯਾਦ What ਰੱਖੋ। about him? Statutes. 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 ਉਹਦੀਆਂ ਵਿਧੀਆਂ ਨੂੰ ਯਾਦ ਰੱਖੋ। ਵਿਧੀਆਂ ਨੂੰ ਯਾਦ ਰੱਖੋ। ਉਹਦੀਆਂ ਵਿਧੀਆਂ ਨੂੰ ਯਾਦ ਰੱਖੋ। Judgments. 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 ਉਹਦੇ ਨਿਯਮਾਂ ਨੂੰ ਯਾਦ ਰੱਖੋ। ਨਿਯਮਾਂ ਨੂੰ ਯਾਦ ਰੱਖੋ। Legalism. 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 ਔਰ ਉਹਦੇ ਕਾਨੂੰਨਾਂ ਨੂੰ ਯਾਦ ਰੱਖੋ। ਕਾਨੂੰਨਾਂ ਨੂੰ ਯਾਦ ਰੱਖੋ। Instructions. 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 ਦਿਸ਼ਾ ਨਿਰਦੇਸ਼ਾਂ ਨੂੰ ਯਾਦ ਰੱਖੋ। ਦਿਸ਼ਾ ਨਿਰਦੇਸ਼ਾਂ ਨੂੰ ਯਾਦ ਰੱਖੋ। Behold, I send you Elijah. ਫੇਰ ਮੈਂ ਤੁਹਾਡੇ ਕੋਲ ਏਲੀਆ ਨਬੀ ਨੂੰ ਘੱਲਾਂਗਾ। The way Elijah says things ਜਿਸ ਤਰ੍ਹਾਂ ਏਲੀਆ ਚੀਜ਼ਾਂ ਨੂੰ ਦੱਸਦਾ ਹੈ is the way faith wants it done. ਔਰ ਇਹੀ ਤਰੀਕੇ ਨਾਲ ਵਿਸ਼ਵਾਸ ਕੰਮ ਕਰਦਾ ਹੈ। If you have a private interpretation of Elijah, then you are not using faith, you are using intellect. ਅੱਜ ਜੇਕਰ ਤੁਹਾਡੇ ਕੋਲ ਏਲੀਆ ਦੇ ਪ੍ਰਤੀ ਕੋਈ ਆਪਣਾ ਨਿੱਜੀ ਅਨੁਵਾਦ ਹੈ I forgot what you were saying. So if I'm No? sorry, brother. I'm thinking. If you have private interpretation. Okay. If your interpretation is different from Elijah, ਜੇਕਰ ਤੁਹਾਡਾ ਅਨੁਵਾਦ ਏਲੀਆ ਨਾਲੋਂ ਵੱਖਰਾ ਆ then yours is private. ਤੇ ਇਹਦਾ ਮਤਲਬ ਤੁਹਾਡੇ ਕੋਲ ਨਿੱਜੀ ਅਨੁਵਾਦ ਹੈ। Elijah is Holy Ghost interpretation. ਕਿਉਂਕਿ ਏਲੀਆ ਪਵਿੱਤਰ ਆਤਮਾ ਦੁਆਰਾ ਇਹਨੂੰ ਅਨੁਵਾਦ ਕਰਦਾ ਹੈ। So do you want to lean on your own understanding of what Brother Branham said? ਕੀ Or do ਤੁਸੀਂ you want to lean to the Holy Ghost? ਕੀ ਤੁਸੀਂ ਭਾਈ ਬ੍ਰਾਨਮ ਦੇ ਬੋਲੇ ਉੱਤੇ ਆਪਣਾ ਅਨੁਵਾਦ ਕਰਨਾ ਚਾਹੁੰਦੇ ਹੋ ਕਿ ਜਾਂ ਤੁਸੀਂ ਪਵਿੱਤਰ ਆਤਮਾ ਦੁਆਰਾ ਚੱਲਣਾ ਚਾਹੁੰਦੇ ਹੋ? Holy Ghost, thank you. It looks like I'm not very far with my message, so I will just try and wrap it now so I can finish by the next 15-20 minutes. ਮੈਂ 15 ਤੋਂ 20 ਮਿੰਟ ਦੇ ਵਿੱਚ ਜਲਦੀ ਖਤਮ ਕਰਾਂਗਾ। I should finish by 1/2. Yes. There was a famine in the land in Genesis 26. ਉਤਪਤ 26 ਦੇ ਵਿੱਚ ਉਸ ਦੇਸ਼ ਦੇ ਵਿੱਚ ਕਾਲ ਪੈ ਗਿਆ। This is after Abraham's time. ਔਰ ਇਹ ਅਬਰਾਹਮ ਦੇ ਸਮੇਂ ਤੋਂ ਬਾਅਦ ਦੀ ਗੱਲ ਹੈ। And when conditions were not good and sweet, when it went contrary to his needs, natural needs, Isaac ran to Abimelech. ਉਸ ਦੇਸ਼ ਵਿੱਚ ਕਾਲ ਪਹਿਲੇ ਕਾਲ ਤੋਂ ਬਿਨਾ ਜਿਹੜਾ ਅਬਰਾਹਮ ਦੇ ਦਿਨਾਂ ਵਿੱਚ ਪਿਆ ਸੀ ਪੈ ਗਿਆ ਤਾਂ ਇਜ਼ਹਾਕ ਅਬੀਮਲਕ ਕੋਲ ਜਿਹੜਾ ਫਿਲਿਸਤੀਆਂ ਦਾ ਰਾਜਾ ਸੀ ਗਰਾਰ ਨੂੰ ਚਲਾ ਗਿਆ। So Isaac also has natural needs which can send him away from the promised land. ਇਸ ਲਈ ਇਜ਼ਹਾਕ ਦੇ ਕੋਲ ਵੀ ਸੁਭਾਵਿਕ ਜ਼ਰੂਰਤਾਂ ਹੈਗੀਆਂ ਸਨ ਜਿਨ੍ਹਾਂ ਦੇ ਕਾਰਨ ਉਹ ਵੀ ਵਾਅਦਾ ਕੀਤੀ ਧਰਤੀ ਵਿੱਚੋਂ ਨਿਕਲ ਗਿਆ। And I, as I stand before you, I have natural needs also that could threaten the promised land. ਔਰ ਮੈਂ ਜੋ ਕਿ ਸਰੀਰ ਦੇ ਵਿੱਚ ਇੱਕ ਵਿਅਕਤੀ ਹਾਂ ਮੇਰੀਆਂ ਵੀ ਆਪਣੀਆਂ ਨਿੱਜੀ ਜ਼ਰੂਰਤਾਂ ਹੋ ਸਕਦੀਆਂ ਜਿਹੜੀਆਂ ਮੈਨੂੰ ਦਬਾਅ ਦੇ ਕਾਰਨ ਇਸ ਵਾਅਦਾ ਕੀਤੀ ਧਰਤੀ ਤੋਂ ਬਾਹਰ ਕੱਢ ਸਕਦੀਆਂ। I'll just mention 3 things, Pastor, ਮੈਂ 3 ਚੀਜ਼ਾਂ ਤੁਹਾਡੇ ਸਾਹਮਣੇ about Abraham. ਬੋਲਾਂਗਾ ਅਬਰਾਹਮ ਦੇ ਬਾਰੇ ਚ। Abraham was tested on natural things to check his allegiance to God. ਔਰ ਅਬਰਾਹਮ 3 ਚੀਜ਼ਾਂ ਦੁਆਰਾ ਪਰਖਿਆ ਗਿਆ ਸੀ ਤਾਂ ਕਿ ਉਹ ਪਰਖ ਦੇ ਦੁਆਰਾ ਜਾਣਿਆ ਜਾਵੇ ਕਿ ਉਹਦੀ ਖੁਦਾ ਤੱਕ ਕਿੰਨੀ ਕੁ ਪਹੁੰਚਿਆ। One was with fear he ran to Egypt. ਪਹਿਲੀ ਚੀਜ਼ ਸੀ ਕਿ ਉਹਨੂੰ ਡਰ ਲੱਗਾ ਜਿਹਦੀ ਵਜ੍ਹਾ ਕਰਕੇ ਉਹ ਮਿਸਰ ਵਿੱਚ ਚਲਾ ਗਿਆ। Then God tested him again and he ran to Abimelech. ਔਰ ਫਿਰ ਖੁਦਾ ਨੇ ਉਹਨੂੰ ਪਰਖਿਆ ਤੇ ਉਹ ਅਬੀਮਲਕ ਕੋਲ ਭੱਜ ਗਿਆ। Then God didn't give up until Abraham showed his 100% allegiance to Jehovah. ਔਰ ਖੁਦਾ ਤਦ ਤੱਕ ਨਹੀਂ ਹਾਰਿਆ
ਉਹਨੂੰ ਪਰਖਣ ਤੋਂ, ਜਦ ਤੱਕ ਅਬਰਾਹਮ ਖੁਦਾ ਨੂੰ ਆਪਣਾ 100% ਦੇਣ ਲਈ ਯੋਗ ਨਹੀਂ ਬਣ ਗਿਆ, ਤਦ ਤੱਕ ਖੁਦਾ ਉਹਨੂੰ ਪਰਖਦਾ ਹੀ ਰਿਹਾ। So in Genesis 24, I think it is, he says, take your son, your only son Isaac. ਇਸ ਲਈ ਖੁਦਾ ਨੇ ਅਬਰਾਹਮ ਨੂੰ ਕਿਹਾ, ਤੂੰ ਆਪਣਾ ਇਕਲੌਤਾ ਪੁੱਤਰ ਲੈ And go and sacrifice him on one of the mountains I will show you. ਔਰ ਉਸ ਪਹਾੜ ਤੇ ਜਾ ਕੇ ਉਹਨੂੰ ਕੁਰਬਾਨ ਕਰ ਦੇ, ਜਿਹੜਾ ਪਹਾੜ ਮੈਂ ਤੈਨੂੰ ਦਿਖਾਵਾਂਗਾ। And Isaac was young. ਔਰ ਇਜ਼ਹਾਕ ਇੱਕ ਛੋਟਾ ਲੜਕਾ ਸੀ। Isaac knew what was going to happen because he was taken and put on that altar. ਔਰ ਇਜ਼ਹਾਕ ਨੂੰ ਪਤਾ ਲੱਗ ਗਿਆ ਸੀ ਕਿ ਕੀ ਹੋਣ ਵਾਲਾ, ਕਿਉਂਕਿ ਉਸ ਨੂੰ ਜਗਵੇਦੀ ਦੇ ਉੱਤੇ ਲਟਾ ਦਿੱਤਾ ਗਿਆ ਸੀ। He lifted his hand, he was going to sacrifice Isaac. ਔਰ ਜਦੋਂ ਅਬਰਾਹਮ ਨੇ ਆਪਣੇ ਹੱਥ ਦੇ ਵਿੱਚ ਛੁਰੀ ਲਈ ਕਿ ਉਹ ਇਜ਼ਹਾਕ ਦੀ ਕੁਰਬਾਨੀ ਚੜਾਵੇ, And the relationship of Abraham and God became so sweet that God says, Abraham, I'm so happy. ਅਬਰਾਹਮ ਅਤੇ ਖੁਦਾ ਦੇ ਵਿਚਕਾਰ ਉਸ ਸਮੇਂ ਜੋ ਰਿਸ਼ਤਾ ਸੀ ਉਹ ਬੜਾ ਮధుਰ ਬਣ ਗਿਆ ਸੀ। ਇਸ ਲਈ ਖੁਦਾ ਨੇ ਉਤੋਂ ਆਵਾਜ਼ ਦੇ ਕੇ ਆਖਿਆ, ਅਬਰਾਹਮ ਮੈਂ ਤੇਰੇ ਤੋਂ ਖੁਸ਼ ਹਾਂ। I know you love me. ਮੈਨੂੰ ਪਤਾ ਕਿ ਤੂੰ ਮੈਨੂੰ ਪਿਆਰ ਕਰਦਾ You ਹੈ। have not withheld your son, ਇਸ your ਲਈ only son. ਇਸ ਲਈ ਉਹਨੇ ਕਿਹਾ ਕਿ ਤੂੰ ਆਪਣੇ ਇਕਲੌਤੇ ਪੁੱਤਰ ਦਾ ਵੀ ਸਰਫਾ ਨਹੀਂ ਕੀਤਾ। From me. By myself I have sworn now. ਔਰ ਹੁਣ ਮੈਂ ਆਪਣੇ ਆਪ ਜਾਣ ਲਿਆ ਹੈ, I'm going to bless you even more. ਹੁਣ ਮੈਂ ਤੈਨੂੰ ਇਸ ਤੋਂ ਵੀ ਵੱਧ ਕੇ ਬਰਕਤ ਦਵਾਂਗਾ। So that's what happened to Abraham. ਇਹੀ ਹੈ ਜੋ ਅਬਰਾਹਮ ਦੇ ਨਾਲ ਹੋਇਆ। He stayed with God 100% where it mattered most. ਔਰ ਹੁਣ ਅਬਰਾਹਮ ਖੁਦਾ ਦੇ ਨਾਲ 100% ਬਣ ਗਿਆ, ਜੋ ਕਿ ਉਹਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਸੀ। And whoever you are also going to be tested on your allegiance to the word. ਤੁਸੀਂ ਜੋ ਕੁਝ ਵੀ ਹੋ, ਤੁਸੀਂ ਇਸ ਵਚਨ ਚ ਰਹਿਣ ਦੇ ਲਈ ਪਰਖੇ ਜਾਣ ਲਈ ਤਿਆਰ ਹੋ, ਤੁਹਾਨੂੰ ਵੀ ਪਰਖਿਆ ਜਾਵੇਗਾ। So I will say two other things. ਮੈਂ ਦੋ ਚੀਜ਼ਾਂ ਹੋਰ ਤੁਹਾਡੇ ਨਾਲ ਬੋਲਾਂਗਾ। I will skip most of these things. ਮੈਂ ਇਹਨਾਂ ਚੀਜ਼ਾਂ ਨੂੰ ਹੋਰ ਰੱਖਾਂਗਾ। I'll read 2-3 more quotations. Easter seal of 65:04-10. ਸੰਦੇਸ਼ ਹੈ ਈਸਟਰ ਦੀ ਮੋਹਰ 65:04-10 Paragraph 251. ਔਰ ਪੈਰਾਗ੍ਰਾਫ ਹੈ ਇਹ 251। A true believer does not care about denomination. ਇੱਕ ਸੱਚਾ ਵਿਸ਼ਵਾਸੀ ਕਦੇ ਵੀ ਜਥੇਬੰਦੀ ਦੀ ਪਰਵਾਹ ਨਹੀਂ ਕਰਦਾ। Don't forget, when we say denomination, we don't mean Roman Catholic Church of Christ. We just mean something different from the Bible. ਜਦੋਂ ਅਸੀਂ ਜਥੇਬੰਦੀ ਦੀ ਗੱਲ ਕਰਦੇ ਹਾਂ ਤੇ ਇਹਦਾ ਮਤਲਬ ਇਹ ਨਾ ਸਮਝਿਓ ਕਿ ਅਸੀਂ ਕੈਥੋਲਿਕ ਜਾਂ ਪੈਂਟੀਕੋਸਟਲ ਦੀ ਗੱਲ ਕਰ ਰਹੇ ਹਾਂ। ਹਰ ਉਹ ਬੰਦਾ ਜਿਹੜਾ ਵਚਨ ਤੋਂ ਬਾਹਰ ਆ ਉਹ ਜਥੇਬੰਦੀ ਹੈ। So if me and him and my two brothers here sit down and agree to believe on something despite what Brother Branham said, we are a denomination. ਜੇਕਰ ਮੈਂ ਅਤੇ ਮੇਰਾ ਭਰਾ ਤੇ ਅਸੀਂ ਦੋ ਤਿੰਨ ਭਰਾ ਕੁਝ ਗੱਲਾਂ ਮੰਨਣ ਲੱਗ ਜਾਈਏ ਜਿਹੜੀਆਂ ਭਾਈ ਬ੍ਰਾਹਨਮ ਅਤੇ ਬਾਈਬਲ ਨਹੀਂ ਦੱਸਦੀ, ਤਾਂ ਅਸੀਂ ਇੱਕ ਡਿਨੋਮੀਨੇਸ਼ਨ ਆ। We are an organization. ਅਸੀਂ ਇੱਕ ਜਥੇਬੰਦੀ ਹਾਂ। But if you are saved, ਜੇਕਰ ਤੁਸੀਂ ਬਚੇ ਹੋਏ ਹੋ, if you are in Canaan, ਜੇਕਰ ਤੁਸੀਂ ਕਨਾਨ ਵਿੱਚ ਹੋ, I'm reading a quotation for you which you'll use to show that you are making God happy. ਔਰ ਮੈਂ ਇਹ ਹਵਾਲੇ ਤੁਹਾਡੇ ਸਾਹਮਣੇ ਪੜਾਂਗਾ ਜੋ ਤੁਹਾਡੇ ਅੱਗੇ ਸਾਬਿਤ ਕਰਨਗੇ ਕਿ ਖੁਦਾ ਨੂੰ ਕੀ ਚੀਜ਼ਾਂ ਪਸੰਦ ਹਨ। You won't care about what other women think. ਤੁਸੀਂ ਉਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰੋਗੇ ਜੋ ਦੂਸਰੀਆਂ ਔਰਤਾਂ ਸੋਚਦੀਆਂ ਜਾਂ ਦੂਸਰੀਆਂ ਔਰਤਾਂ ਤੁਹਾਡੇ ਬਾਰੇ ਕੀ ਸੋਚਦੀਆਂ। Certainly not. ਯਕੀਨਨ ਨਹੀਂ। The men won't do those things. ਮਨੁੱਖ ਵੀ ਆਦਮੀ ਵੀ ਉਹ ਕੰਮ ਨਹੀਂ ਕਰਨਗੇ। They won't hang and baby around with some organization. ਉਹ ਆਪਣੇ ਬੱਚਿਆਂ ਨੂੰ ਕਿਸੇ ਜਥੇਬੰਦੀ ਦੇ ਵਿੱਚ ਨਹੀਂ ਭੇਜਣਗੇ। They won't hang and baby around.
What you mean by this? They won't make friendship and stay with an organization. ਉਹ ਕਦੇ ਵੀ ਜਥੇਬੰਦੀਆਂ ਦੇ ਨਾਲ ਕਿਸੇ ਤਰ੍ਹਾਂ ਦੀ ਦੋਸਤੀ ਮਿੱਤਰਚਾਰਾ ਨਹੀਂ ਰੱਖਣਗੇ। They won't worry about not being put out. ਉਹ ਕਦੇ ਵੀ ਇਸ ਗੱਲ ਦੀ ਚਿੰਤਾ ਨਹੀਂ ਕਰਨਗੇ ਕਿ ਉਹਨਾਂ ਨੂੰ ਬਾਹਰ ਸੁੱਟਿਆ ਜਾਵੇਗਾ। They won't be afraid ਉਹ of ਡਰਨਗੇ ਨਹੀਂ। being put out for a meal ticket. ਉਹਨਾਂ ਨੂੰ ਕਦੇ ਵੀ ਡਰ ਨਹੀਂ ਲੱਗੇਗਾ ਕਿ ਉਹਨਾਂ ਦਾ ਖਾਣਾ ਪਾਣੀ ਬੰਦ ਕੀਤਾ ਜਾਵੇਗਾ। So what made Abraham run from the promised land is making what Amos run from the promised land if he's not careful. ਔਰ ਕਿਹੜੀ ਚੀਜ਼ ਹੈ ਜਿਸ ਦੇ ਕਾਰਨ ਅਬਰਾਹਮ ਵਾਅਦਾ ਕੀਤੀ ਧਰਤੀ ਤੋਂ ਭੱਜ ਗਿਆ? Money can run me from the promised land. ਪੈਸਾ ਮੈਨੂੰ ਵਾਅਦਾ ਕੀਤੀ ਧਰਤੀ ਤੋਂ ਭਜਾ ਸਕਦਾ ਹੈ। And when you meet the statement meal ticket, it means money. ਔਰ ਜਦੋਂ ਤੁਹਾਨੂੰ ਸੰਦੇਸ਼ ਦੇ ਵਿੱਚ ਇਹ ਮੀਲ ਟਿਕਟ ਵਾਲਾ ਹਵਾਲਾ ਮਿਲੇ ਇਹਦਾ ਮਤਲਬ ਹੈ ਪੈਸਾ। So let me just read another quotation on that. ਮੈਂ ਤੁਹਾਡੇ ਸਾਹਮਣੇ ਹੋਰ ਹਵਾਲਾ ਪੜ੍ਹਦਾ ਹਾਂ। I'll skip. ਇਹ ਕੁਝ ਚੀਜ਼ਾਂ ਤੋਂ ਲੰਘ ਰਿਹਾ। For Brother Branham ਭਾਈ ਬ੍ਰਾਨਮ in 520810, ਔਰ ਸੰਦੇਸ਼ ਹੈ 520810 ਔਰ ਸੰਦੇਸ਼ ਦਾ ਨਾਮ ਹੈ I am resurrection and life। ਮੈਂ ਜੀਵਨ ਅਤੇ ਕਿਆਮਤ ਹਾਂ। he says, when I was pastor, ਉਹ ਕਹਿੰਦਾ ਮੈਂ ਇੱਕ ਸਮੇਂ ਪਾਸਟਰ ਸੀ। I preached 12 years at the tabernacle. ਮੈਂ 12 ਸਾਲ ਇਸ ਆਰਾਧਨਾਲय ਦੇ ਵਿੱਚ ਪ੍ਰਚਾਰ ਕੀਤਾ Without a salary, but don't worry about that. ਬਿਨਾ ਪੈਸਾ ਲਏ। I will explain it further. ਮੈਂ ਪ੍ਰਚਾਰ ਕੀਤਾ, ਮੈਂ ਇਹਨੂੰ ਬਾਅਦ ਚ ਵਿਖਿਆਨ ਕਰਾਂਗਾ। He says, for me, the gospel of Jesus Christ hasn't been a meal ticket for me. ਮੇਰੇ ਲਈ ਅੰਜੀਲ ਦਾ ਪ੍ਰਚਾਰ ਕਰਨਾ ਪੈਸੇ ਕਮਾਉਣਾ ਨਹੀਂ ਹੈ। I'm nearly closing, but I want you to compare Brother Branham and Abraham. ਮੈਂ ਬੰਦ ਹੀ ਕਰਨ ਵਾਲਾ, ਪਰ ਮੈਂ ਤੁਹਾਨੂੰ ਉਸ ਜਗ੍ਹਾ ਤੇ ਨੇੜੇ ਲਿਆਉਣਾ ਚਾਹੁੰਦਾ ਹਾਂ ਕਿ ਅਬਰਾਹਮ what you said about Abraham and Brother Branham. I want you to compare Abraham and Brother Branham. ਮੈਂ ਚਾਹੁੰਦਾ ਹਾਂ ਤੁਸੀਂ ਜਾਣ ਲਓ ਅਬਰਾਹਮ ਅਤੇ ਬ੍ਰਾਨਹਾਮ ਦੇ ਬਾਰੇ ਵਿੱਚ। Abraham ran because of hunger. ਅਬਰਾਹਮ ਭੱਜ ਗਿਆ ਭੁੱਖ ਦੇ ਕਾਰਨ, Ran to Egypt. ਔਰ ਉਹ ਮਿਸਰ ਵਿੱਚ ਚਲਾ ਗਿਆ। So we can read he ran for a meal ticket. ਇਸ ਲਈ ਅਸੀਂ ਪੜ੍ਹ ਕੇ ਇਹ ਸਮਝ ਸਕਦੇ ਹਾਂ ਕਿ ਉਹ ਪੈਸੇ ਦੇ ਕਾਰਨ ਜਾਂ ਰੋਟੀ ਪਾਣੀ ਦੇ ਕਾਰਨ ਉੱਥੋਂ ਭੱਜ ਗਿਆ। Now compare with Brother Branham. He says, for me, the gospel of Jesus Christ hasn't been a meal ticket for me. ਔਰ ਇਸ ਗੱਲ ਨੂੰ ਹੁਣ ਭਾਈ ਬ੍ਰਾਨਮ ਦੇ ਨਾਲ ਮਚਾ ਕੇ ਦੇਖੋ। ਭਾਈ ਬ੍ਰਾਨਮ ਕਹਿ ਰਿਹਾ ਆ ਕਿ ਇਹ ਅੰਜੀਲ ਮੇਰੇ ਲਈ ਪੈਸਾ ਕਮਾਉਣਾ ਨਹੀਂ ਹੈ। That's clear, isn't it? ਕੀ ਇਹ ਸਪਸ਼ਟ ਹੈ ਤੁਹਾਡੇ ਸਾਹਮਣੇ? Then he goes on to say, if I thought that way, ਫਿਰ ਭਾਈ ਬ੍ਰਾਨਮ ਅੱਗੇ ਵਧਦੇ ਤੇ ਕਹਿੰਦੇ ਜੇਕਰ ਮੈਂ ਇਸ ਤਰ੍ਹਾਂ ਸੋਚਦਾ, meaning if I thought it was a way to get money with, ਜੇਕਰ ਮੈਂ ਸੋਚਦਾ ਕਿ ਇਹ ਪੈਸਾ ਕਮਾਉਣ ਦਾ ਇੱਕ ਤਰੀਕਾ ਆ, I would go home and go back and get me a job. ਤੇ ਫਿਰ ਮੈਂ ਘਰ ਵਾਪਸ ਚਲਾ ਜਾਂਦਾ। ਅੰਜੀਲ ਦਾ ਪ੍ਰਚਾਰ ਕਰਨ ਦੀ ਬਜਾਏ ਮੈਂ ਘਰ ਵਾਪਸ ਚਲਾ ਜਾਂਦਾ ਤੇ ਜਾ ਕੇ ਕੋਈ ਆਪਣੇ ਲਈ ਨੌਕਰੀ ਲੱਭਦਾ। Because he's indicating I'm not preaching for a meal ticket. ਇਹਦਾ ਮਤਲਬ ਉਹ ਕਹਿ ਰਿਹਾ ਕਿ ਮੈਂ ਪੈਸਾ ਕਮਾਉਣ ਲਈ ਪ੍ਰਚਾਰ ਨਹੀਂ ਕਰ ਰਿਹਾ। And he says the next statement many times to say, I never even bothered with a salary. ਕਈ ਵਾਰ ਉਹਨੇ ਇਹ ਬਿਆਨ ਦਿੱਤਾ ਕਿ ਮੈਂ ਬਹੁਤ ਸਾਲ ਬਿਨਾਂ ਪੈਸਾ ਲਏ ਪ੍ਰਚਾਰ ਕੀਤਾ ਹੈ। Then he goes on to say, ਫਿਰ ਉਹ ਅੱਗੇ ਵਧਦਾ ਤੇ ਆਖਦਾ, when I was looking at people who were preaching the gospel ਜਦੋਂ ਮੈਂ ਉਹਨਾਂ ਲੋਕਾਂ ਨੂੰ ਵੇਖਦਾ ਜਿਹੜੇ ਅੰਜੀਲ ਦਾ ਪ੍ਰਚਾਰ ਕਰਦੇ ਹਨ and talking about little David, ਔਰ ਉਹ ਛੋਟੇ ਡੇਵਿਡ ਦੇ ਬਾਰੇ ਗੱਲ ਕਰਦੇ ਆ, people created little David in their churches to keep people from going where little David was preaching. ਔਰ ਉਹ ਛੋਟੇ ਦਾਊਦਾਂ ਨੂੰ ਪੈਦਾ ਕਰ ਲੈਂਦੇ ਆ ਅਤੇ ਉਹਨਾਂ ਦਾਊਦ ਨੂੰ ਕੰਟਰੋਲ ਕਰ ਲੈਂਦੇ ਆ ਉੱਥੇ ਜਾਣ ਤੋਂ ਜਿੱਥੇ ਉਹ ਛੋਟਾ ਦਾਊਦ ਜਾ ਕੇ ਪ੍ਰਚਾਰ ਕਰ ਰਿਹਾ ਸੀ।
I'm sure we heard the story of little David. ਔਰ ਮੈਨੂੰ ਪਤਾ in the ਹੈ ਕਿ message. ਤੁਸੀਂ ਸਾਰਿਆਂ ਨੇ ਉਹ ਛੋਟੇ ਦਾਊਦ ਦੀ ਕਹਾਣੀ ਨੂੰ ਸੁਣਿਆ ਹੈ। Yes, some heard it. ਕਈਆਂ ਨੇ So ਸੁਣਿਆ। others got jealousy of little David and they created their own little David. ਔਰ ਕਿਵੇਂ ਉਹ ਛੋਟੇ ਦਾਊਦ ਦੇ ਪ੍ਰਤੀ ਇੱਕ ਈਰਖਾ ਰੱਖਦੇ ਹਨ ਅਤੇ ਉਸ ਦਾਊਦ ਦੀ ਬਜਾਏ ਉਹ ਆਪਣੇ ਹੀ ਦਾਊਦ ਪੈਦਾ ਕਰ ਲੈਂਦੇ ਆ। And it put in mind the fact that it's a meal ticket instead of trying to get somebody saved. The little David story proves that people are preaching for a meal ticket. ਔਰ ਉਹ ਛੋਟੇ ਦਾਊਦ ਦੀ ਕਹਾਣੀ ਸਾਬਿਤ ਕਰਦੀ ਹੈ ਕਿ ਇਹ ਲੋਕ ਜਿਹੜੇ ਆ ਇਹ ਸਿਰਫ ਪੈਸੇ ਦੇ ਲਈ ਪ੍ਰਚਾਰ ਕਰ ਰਹੇ ਆ Instead of getting someone saved. ਔਰ ਲੋਕਾਂ ਨੂੰ ਬਚਾਉਣ ਦੀ ਬਜਾਏ ਉਹ ਪੈਸੇ ਦਾ ਪ੍ਰਚਾਰ ਕਰ ਰਹੇ ਆ। Because they are afraid if somebody goes to little David, then they lose a member. ਔਰ ਉਹ ਜਾਣਦੇ ਆ ਤੇ ਡਰਦੇ ਆ ਕਿ ਜੇਕਰ ਕੋਈ ਸਾਡਾ ਵਿਅਕਤੀ ਉਹ ਛੋਟੇ ਦਾਊਦ ਕੋਲ ਚਲਾ ਗਿਆ ਤੇ ਸਾਡਾ ਮੈਂਬਰ ਟੁੱਟ ਜਾਣਾ ਆ। And if they lose a member, then they lose income. ਔਰ ਜੇਕਰ ਉਹਨਾਂ ਦਾ ਮੈਂਬਰ ਟੁੱਟ ਜਾਂਦਾ ਤੇ ਉਹਨਾਂ ਦੀ ਆਮਦਨ ਘਟ ਜਾਂਦੀ ਹੈ। Now, I've got 5 minutes from my time. ਮੈਂ 5 ਮਿੰਟ ਹੋਰ ਲਵਾਂਗਾ ਕਿਉਂਕਿ 5 ਮਿੰਟ ਰਹਿ ਗਏ ਆ ਮੇਰੇ ਸਮੇਂ And ਦੇ। I'm concluding like this. ਮੈਂ ਇਸ ਤਰ੍ਹਾਂ ਸਮਾਪਤ ਕਰਨ ਲੱਗਾ ਆ। This is our Canaan. ਇਹ ਸਾਡਾ ਕਨਾਨ ਆ। Amen. ਆਮੀਨ। This is our Canaan. ਇਹ ਸਾਡਾ ਕਨਾਨ ਆ। Our Canaan has instructions and commands. ਇਸ ਕਨਾਨ ਦੇ ਵਿੱਚ ਬਹੁਤ ਸਾਰੇ ਦਿਸ਼ਾ ਨਿਰਦੇਸ਼ ਅਤੇ ਹੁਕਮ ਹਨ। You will not travel your journey as a Christian without meeting a debate on instructions and commands. ਤੁਸੀਂ ਬਿਨਾਂ ਇਸ ਵਚਨ ਅਤੇ ਹੁਕਮਾਂ ਨੂੰ ਮਿਲੇ ਆਪਣੀ ਮਸੀਹ ਯਾਤਰਾ ਵਿੱਚ ਅੱਗੇ ਵਧ ਨਹੀਂ ਸਕਦੇ। And your response to that instruction will keep you in Canaan or take you to Egypt. ਔਰ ਤੁਹਾਡਾ ਰਵੱਈਆ ਇਹਨਾਂ ਹੁਕਮਾਂ ਅਤੇ ਨਿਰਦੇਸ਼ਾਂ ਪ੍ਰਤੀ ਤੁਹਾਨੂੰ ਕਨਾਨ ਵਿੱਚ ਰੱਖੇਗਾ ਅਤੇ ਵਾਅਦਾ ਕੀਤੀ ਧਰਤੀ ਵਿੱਚ ਲੈ ਕੇ ਜਾਵੇਗਾ। Do we have this word in Punjabi, scarecrow? ਯੈਸ। When Abraham is in Canaan, ਜਦੋਂ ਅਬਰਾਹਮ ਕਨਾਨ ਵਿੱਚ ਸੀ hunger is a scarecrow. ਔਰ ਉਸ ਸਮੇਂ ਦਾ ਕਾਲ ਜੋ ਸੀ ਉਹ ਇੱਕ ਡਰਾਉਣਾ ਸੀ ਜਿਹੜਾ ਖੇਤਾਂ ਵਿੱਚ ਏਦਾਂ ਟੰਗਿਆ ਹੁੰਦਾ। ਡਰਾਉਣਾ, ਕਾਵਾਂ ਨੂੰ ਡਰਾਉਣ ਵਾਲਾ, ਪੰਛੀਆਂ ਨੂੰ ਡਰਾਉਣ ਵਾਲਾ ਇੱਕ ਕੁੜਤਾ ਅਤੇ ਉਹਦੇ ਉੱਤੇ ਘੜਾ ਮੂਧਾ ਮਾਰ ਕੇ ਟੰਗਿਆ ਹੁੰਦਾ ਨਾ, ਪੰਛੀਆਂ ਨੂੰ ਡਰਾਉਣ ਵਾਲਾ। ਭਾਈ ਕਹਿ ਰਹੇ ਨੇ ਕਿ ਕਨਾਨ ਦੇ ਅੰਦਰ ਜੋ ਕਾਲ ਪਿਆ ਸੀ ਉਹ ਅਬਰਾਹਮ ਦੇ ਲਈ ਇੱਕ ਡਰਾਉਣਾ ਸੀ। So hunger made him afraid to stay in Canaan. ਇਸ ਲਈ ਕਾਲ ਨੇ ਉਹਦੇ ਅੰਦਰ ਡਰ ਪੈਦਾ ਕਰ ਦਿੱਤਾ ਕਿ ਉਹ ਕਨਾਨ ਤੋਂ ਭੱਜ ਜਾਵੇ। A scarecrow makes you afraid to hear the word. ਉਹ ਡਰਾਉਣਾ ਤੁਹਾਨੂੰ ਡਰਾ ਸਕਦਾ ਆ ਖੁਦਾ ਦਾ ਵਚਨ ਸੁਣਨ ਤੋਂ। But if you are Abraham, ਜੇਕਰ ਤੁਸੀਂ ਅਬਰਾਹਮ ਹੋ you should say, if there is a scarecrow, there must be something nice there. If you are Abraham, ਜੇਕਰ ਤੁਸੀਂ ਅਬਰਾਹਮ ਹੋ you should say, ਤੁਹਾਨੂੰ ਕਹਿਣਾ ਚਾਹੀਦਾ ਹੈ if there is a scarecrow there, ਜੇਕਰ ਇੱਥੇ ਕੋਈ ਡਰਾਉਣਾ ਹੈ it means there is food. ਇਹਦਾ ਮਤਲਬ ਉੱਥੇ ਖਾਣਾ ਵੀ ਹੈ, ਕੋਈ ਸਪੈਸ਼ਲ ਚੀਜ਼ ਵੀ ਉੱਥੇ ਹੈ, ਤਾਂ ਹੀ ਤਾਂ ਉੱਥੇ ਡਰਾਉਣਾ ਖੜਾ ਕੀਤਾ ਹੈ। The scarecrow ਔਰ ਉਹ ਡਰਾਉਣਾ is a thing to scare you away from something. ਔਰ ਉਹ ਡਰਾਉਣਾ ਇਸ ਲਈ ਖੜਾ ਕੀਤਾ ਗਿਆ ਤਾਂ ਕਿ ਉਸ ਖਾਸ ਚੀਜ਼ ਨੂੰ ਤੁਹਾਡੇ ਤੋਂ ਦੂਰ ਰੱਖਿਆ ਜਾਵੇ। The scarecrow is not a scripture. ਕਿਉਂਕਿ ਇਹ ਸਕੇਅਰ ਕਰੋ ਜੋ ਡਰਾਉਣਾ ਆ ਇਹ ਵਚਨ ਨਹੀਂ ਹੈ। I will give an example. ਮੈਂ ਤੁਹਾਨੂੰ ਉਦਾਹਰਨ ਦਿੰਦਾ ਹਾਂ। Jesus has the word. ਯੀਸ਼ੂ ਦੇ ਕੋਲ ਵਚਨ ਸੀ। That word is Canaan. ਔਰ ਇਹ ਵਚਨ ਕਨਾਨ ਹੈ। The Pharisees don't have that word. ਔਰ ਫਰੀਸੀਆਂ ਦੇ ਕੋਲ ਐਸਾ ਵਚਨ ਨਹੀਂ ਸੀ। When anyone wants to go to Jesus, ਜਦੋਂ ਕੋਈ ਵੀ ਵਿਅਕਤੀ ਯੀਸ਼ੂ ਕੋਲ ਜਾਣਾ they ਚਾਹੁੰਦਾ could not talk to Jesus about the word. ਔਰ ਇਹ ਫਰੀਸੀ ਯੀਸ਼ੂ ਦੇ ਨਾਲ ਵਚਨ ਦੇ ਬਾਰੇ ਨਹੀਂ ਗੱਲ ਕਰ ਸਕਦੇ। They put a scarecrow at Jesus. ਪਰ ਉਹ ਯੀਸ਼ੂ ਅਤੇ ਲੋਕਾਂ ਦੇ ਵਿਚਕਾਰ ਇੱਕ ਡਰਾਉਣਾ ਖੜਾ ਕਰ ਦਿੰਦੇ ਸੀ। They said Jesus is
Beelzebub. ਔਰ ਉਹ ਯੀਸ਼ੂ ਦੇ ਬਾਰੇ ਡਰਾਉਣਾ ਖੜਾ ਕਰ ਦਿੰਦੇ ਤੇ ਕਹਿੰਦੇ ਸੀ ਯੀਸ਼ੂ ਤਾਂ ਬਾਲਜ਼ਬੂਬ ਆ। Jesus is wrong. ਯੀਸ਼ੂ ਗਲਤ ਆ, His doctrine is wrong. ਉਹਦੀ ਸਿੱਖਿਆ ਗਲਤ ਆ, He is a devil. ਉਹ ਸ਼ੈਤਾਨ ਆ। They are not talking about the word. ਉਹ ਵਚਨ ਬਾਰੇ ਨਹੀਂ ਸੀ ਬੋਲ ਰਹੇ, They're just talking about things which can scare people away. ਉਹ ਐਸੀਆਂ ਚੀਜ਼ਾਂ ਬੋਲ ਰਹੇ ਸੀ ਕਿ ਲੋਕ ਯੀਸ਼ੂ ਕੋਲ ਜਾਣ ਤੋਂ ਡਰ ਜਾਣ। But if you are Peter, ਜੇਕਰ ਤੁਸੀਂ ਪਤਰਸ ਹੋ, you will say, where shall we go? ਜੇਕਰ ਤੁਸੀਂ ਪਤਰਸ ਹੋ ਤੇ ਤੁਸੀਂ ਕਹੋਗੇ ਪ੍ਰਭੂ ਅਸੀਂ ਕਿਹਦੇ ਕੋਲ ਜਾਈਏ? You have the words of eternal life. ਕਿਉਂਕਿ ਤੇਰੇ ਕੋਲ ਹੀ ਅਨੰਤ ਜੀਵਨ ਦਾ ਵਚਨ ਹੈ। So the thing you must come for every time is the word. ਇਸ ਲਈ ਤੁਸੀਂ ਜਦੋਂ ਵੀ ਕਦੇ ਆਓ ਤਾਂ ਤੁਹਾਨੂੰ ਵਚਨ ਮਿਲਣਾ ਚਾਹੀਦਾ ਹੈ। If ਵਚਨ ਦੇ ਲਈ someone puts ਹਮੇਸ਼ਾ a ਆਓ। black name on your pastor, that's a scarecrow. Excuse me, you repeat it. If somebody puts a black name on your pastor, that is a scarecrow. ਜੇਕਰ ਕੋਈ ਬੰਦਾ ਤੁਹਾਡੇ ਪਾਸਟਰ ਦੇ ਬਾਰੇ ਬੁਰਾ ਬੋਲ ਰਿਹਾ ਤਾਂ ਇਹਦਾ ਮਤਲਬ ਉਹ ਤੁਹਾਡੇ ਤੇ ਪਾਸਟਰ ਦੇ ਵਿਚਕਾਰ ਇੱਕ ਡਰਾਉਣਾ ਖੜਾ ਕਰ ਰਿਹਾ ਹੈ He is Beelzebub. ਕਿ ਤੁਹਾਡਾ ਪਾਸਟਰ ਬਾਲਜ਼ਬੂਬ That's a ਹੈ। scarecrow. ਇਹ ਇੱਕ ਡਰਾਉਣਾ ਹੈ। Check why he is being given that name. He ਇਹ must have ਖੋਜ- something which is in the word. ਇਹ ਖੋਜ ਕਰੋ ਕਿ ਤੁਹਾਡੇ ਪਾਸਟਰ ਦੇ ਬਾਰੇ ਬੁਰਾ ਕਿਉਂ ਬੋਲਿਆ ਜਾ ਰਿਹਾ ਹੈ। ਹੋ ਸਕਦਾ ਉਹਦੇ ਕੋਲ ਅਨੰਤ ਜੀਵਨ ਦਾ ਵਚਨ ਹੋਵੇ। Let me go and find out what he's talking about. ਔਰ ਤੁਸੀਂ ਕਹੋ ਕਿ ਮੈਂ ਖੋਜ ਕਰਾਂਗਾ ਤੇ ਪਤਾ ਲਗਾਵਾਂਗਾ ਕਿ ਕਿਉਂ ਇਸ ਪਾਸਟਰ ਦੇ ਬਾਰੇ ਏਦਾਂ ਬੋਲਿਆ ਜਾਂਦਾ ਹੈ। Because a scarecrow, I'm reading, is a dinner bell to those who believe. Scarecrow is a dinner bell. It's an invitation for dinner. ਓਕੇ ਔਰ ਇਹ ਜੋ ਸਕੇਅਰ ਕਰੋ ਡਰਾਉਣਾ ਹੈ ਇਹ ਤਾਂ ਸੱਦਾ ਹੁੰਦਾ ਆ ਰਾਤ ਦੇ ਖਾਣੇ ਤੇ ਬੁਲਾਉਣ ਦੇ ਲਈ। Let me just give a short testimony. ਮੈਂ ਤੁਹਾਨੂੰ Then ਇੱਕ I'll ਛੋਟੀ close. ਗਵਾਹੀ ਦਿੰਦਾ ਹਾਂ। When I was in school, high school, ਮੈਂ ਜਦੋਂ ਹਾਈ ਸਕੂਲ ਦੇ ਵਿੱਚ ਪੜ੍ਹਦਾ I ਸੀ had a friend who went to a meeting where people were preaching the message. ਔਰ ਮੇਰਾ ਇੱਕ ਦੋਸਤ ਸੀ ਜਿਹੜਾ ਉਸ ਐਸੀ ਸਭਾ ਵਿੱਚ ਜਾਂਦਾ ਸੀ ਜਿੱਥੇ ਸੰਦੇਸ਼ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ। He went and says, I was there and spent the whole night, but they were speaking very strange things. ਮੇਰਾ ਦੋਸਤ ਕਹਿੰਦਾ ਕਿ ਮੈਂ ਉਹਨਾਂ ਵਿੱਚ ਗਿਆ, ਸਾਰੀ ਰਾਤ ਉਹਨਾਂ ਦੇ ਨਾਲ ਗੁਜ਼ਾਰੀ ਅਤੇ ਉਹ ਐਸਾ ਪ੍ਰਚਾਰ ਕਰ ਰਹੇ ਸੀ ਜਿਹੜਾ ਮੈਂ ਪਹਿਲਾਂ ਕਦੇ ਨਹੀਂ ਸੁਣਿਆ। ਉਹ ਬੜੀਆਂ ਅਨੋਖੀਆਂ ਗੱਲਾਂ ਬੋਲ ਰਹੇ ਸਨ। So he put a scarecrow for me to look at. ਔਰ ਉਸਨੇ ਮੇਰੇ ਅੱਗੇ ਇੱਕ ਡਰਾਉਣਾ ਰੱਖ ਦਿੱਤਾ। So I said, such as what? ਔਰ ਇਹ ਕੀ ਚੀਜ਼ ਆ? He says, they were saying baptism should be in the name of Jesus Christ. ਮੈਂ ਪੁੱਛਿਆ ਕਿ ਉਹ ਕੀ ਗੱਲਾਂ ਕਰਦੇ ਸੀ ਤੇ ਉਹਨੇ ਦੱਸਿਆ ਕਿ ਬਪਤਿਸਮਾ ਯਿਸੂ ਮਸੀਹ ਦੇ ਨਾਮ ਵਿੱਚ ਆ। I said, ਮੈਂ ਕਿਹਾ ਅੱਛਾ। Then they said, they were saying there's only one God. ਔਰ ਉਹਨੇ ਦੱਸਿਆ ਕਿ ਉਹ ਕਹਿ ਰਹੇ ਸੀ ਖੁਦਾ ਇੱਕ ਹੈ। I said, ਮੈਂ ਕਿਹਾ Then he said, they were saying all denominations are wrong. ਔਰ ਉਹਨੇ ਦੱਸਿਆ ਉਸ ਲੜਕੇ ਨੇ ਕਿ ਉਹ ਕਹਿ ਰਹੇ ਸੀ ਕਿ ਸਾਰੀਆਂ ਸੰਸਥਾਵਾਂ ਗਲਤ ਹਨ। I said, ਮੈਂ ਕਿਹਾ Instead of being scared, ਮੈਂ ਡਰਨ ਦੀ ਬਜਾਏ the next weekend I went there. ਡਰਨ ਦੀ ਬਜਾਏ ਮੈਂ ਅਗਲੇ ਹਫਤੇ ਉਹਨਾਂ ਵਿੱਚ ਹੀ ਚਲਾ ਗਿਆ Spend the whole night. ਤੇ ਸਾਰੀ ਰਾਤ ਉਹਨਾਂ ਵਿੱਚ ਗੁਜ਼ਾਰੀ। And that is what was preached. ਔਰ ਇਹ ਸੀ ਉਹ ਚੀਜ਼ਾਂ ਜੋ ਉਹਨਾਂ ਨੇ ਪ੍ਰਚਾਰ And they ਕੀਤੀਆਂ। were saying, Babylon is fallen. ਔਰ ਉਹ ਪ੍ਰਚਾਰ ਕਰ ਰਹੇ ਸੀ ਕਿ ਉਹ ਵੱਡੀ ਨਗਰੀ ਬਾਬੁਲ ਢਹਿ ਗਈ ਹੈ। And I was enjoying myself. ਤੇ ਮੈਂ ਉੱਥੇ ਆਨੰਦ ਲੈ ਰਿਹਾ ਸੀ। The next morning, ਅਗਲੀ ਸਵੇਰ I was baptized in the name of Jesus ਮੈਂ Christ. ਅਗਲੀ ਸਵੇਰ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈ ਲਿਆ। So a scarecrow is a dinner bell. ਇਸ ਲਈ ਇਹ ਡਰਾਉਣਾ ਜੋ ਹੈ ਰਾਤ ਦੇ ਖਾਣੇ ਦਾ ਸੱਦਾ ਆ। If you see a scarecrow ਜੇਕਰ ਤੁਸੀਂ ਇਸ ਡਰਾਉਣੇ ਨੂੰ ਵੇਖੋ or a Beelzebub label ਔਰ ਉਥੇ ਘੰਟੀਆਂ ਵੱਜ ਰਹੀਆਂ ਹੋਣ on somebody who is holding the Bible and reading the message, check what they are talking about. ਜੇਕਰ ਕੋਈ ਸੰਦੇਸ਼ ਦੀ ਕਿਤਾਬ ਲੈ ਕੇ ਖੜਾ ਤੇ ਸੰਦੇਸ਼ ਨੂੰ ਪੜ੍ਹ ਰਿਹਾ, ਪਤਾ ਲਗਾਓ ਕਿ ਉਹ ਕੀ ਗੱਲ ਕਰ ਰਿਹਾ। It could be your dinner bell. ਹੋ ਸਕਦਾ ਹੈ ਕਿ ਤੁਹਾਡੇ ਲਈ ਇਹ ਰਾਤ ਦੇ ਖਾਣੇ ਦਾ ਸੱਦਾ ਹੋਵੇ। Come and dine. Amen. The master calleth. Come and dine. You may feast at Jesus' table all the time.
He who fed the multitudes turned the water into wine. To the hungry he calls now, come and dine. That was in English. ਇਹ ਅੰਗਰੇਜ਼ੀ ਵਿੱਚ ਸੀ, Come and dine. ਆਓ ਅਤੇ ਖਾਓ। The master calls, come and dine. ਸੁਆਮੀ ਤੁਹਾਨੂੰ ਬੁਲਾ ਰਿਹਾ, ਕਹਿ ਰਿਹਾ ਆਓ ਅਤੇ ਖਾਓ। Make your relationship with God as a believer sweet. ਔਰ ਖੁਦਾ ਦੇ ਨਾਲ ਆਪਣਾ ਇੱਕ ਮధుਰ ਵਿਸ਼ਵਾਸੀ ਵਾਲਾ ਰਿਸ਼ਤਾ ਬਣਾਓ। Make your relationship with Jesus as a father sweet. ਯੀਸ਼ੂ ਮਸੀਹ ਦੇ ਨਾਲ ਇੱਕ ਮధుਰ ਪਿਤਾ ਵਾਲਾ ਅਤੇ ਪੁੱਤਰ ਵਾਲਾ ਰਿਸ਼ਤਾ ਬਣਾਓ। Make your relationship with Jesus as a pastor sweet. ਔਰ ਯੀਸ਼ੂ ਮਸੀਹ ਦੇ ਨਾਲ ਇੱਕ ਪਾਸਟਰ ਵਾਲਾ ਮధుਰ ਰਿਸ਼ਤਾ ਬਣਾਓ। God will need to stand with you, but make it sweet so it's much easier. ਖੁਦਾ ਤੁਹਾਡੇ ਨਾਲ ਖੜਾ ਤੇ ਹੋਵੇਗਾ, ਪਰ ਇਸ ਨੂੰ ਬਹੁਤ ਜ਼ਿਆਦਾ ਸਰਲ ਬਣਾਓ ਕਿ ਉਹ ਤੁਹਾਡੇ ਨਾਲ ਖੜਾ ਹੋ ਜਾਵੇ। You can raise your hands and say, I don't feel I have any bitterness against any brother. ਬਸ ਹੱਥ ਉਠਾਓ ਅਤੇ ਕਹੋ ਮੇਰੀ ਕਿਸੇ ਭਰਾ ਦੇ ਪ੍ਰਤੀ ਕੋਈ ਕੜਵਾਹਟ ਨਹੀਂ ਹੈ। My salvation makes me love everybody. ਮੇਰੀ ਮੁਕਤੀ ਮੈਨੂੰ ਹਰ ਇੱਕ ਦੇ ਨਾਲ ਪਿਆਰ ਕਰਨ ਲਈ ਯੋਗ ਬਣਾਉਂਦੀ ਹੈ। It makes me love everybody. ਉਹਨੇ ਮੈਨੂੰ ਹਰ ਇੱਕ ਦੇ ਨਾਲ ਪਿਆਰ ਕਰਨ ਲਈ ਯੋਗ ਬਣਾਇਆ। Everybody. ਹਰ ਇੱਕ ਨਾਲ ਪਿਆਰ ਕਰਨ ਦੇ ਲਈ, Love everybody. ਹਰ ਇੱਕ ਨਾਲ ਪਿਆਰ ਕਰਨ ਲਈ ਉਹਨੇ ਮੈਨੂੰ ਸਾਜਿਆ। That all-time religion is good enough for me. ਔਰ ਇਹ ਪੁਰਾਣੇ ਸਮੇਂ ਦਾ ਧਰਮ ਮੇਰੇ ਲਈ ਬਹੁਤ ਹੀ ਵਧੀਆ ਆ। God bless you. ਖੁਦਾ ਤੁਹਾਨੂੰ ਬਰਕਤ ਦੇਵੇ। Thank you, Brother Robin. God bless you.